ਤਾਂ ਅੱਜ ਸਾਡੇ ਨਾਲ ਸਾਡੇ ਖਾਸ ਮਹਿਮਾਨ ਹੈ ਔਰ ਸਾਡੀ ਇਹ ਬੇਰੁਜ਼ਗਾਰਾਂ ਦੀ ਅੱਜ ਮੰਡੀ ਲੱਗੀ ਹੈ। ਮਾਂ ਪਿਓ ਦੀ ਕੀ ਮਾਨਸਿਕਤਾ ਹੈ? ਕਈ ਵਾਰੀ ਉਹ ਉਦਾਸ ਹੁੰਦੇ ਆ ਕਿ ਇੰਨਾ ਪੜ੍ਹ ਕੇ ਤੁਹਾਨੂੰ ਨੌਕਰੀ ਕਿ ਬੱਚਾ ਇੰਨਾ ਜ਼ਿਆਦਾ ਕੁਆਲੀਫਿਕੇਸ਼ਨ ਲੈ ਕੇ ਫਿਰ ਰਿਹਾ ਹੈ, ਇੰਨੀ ਜ਼ਿਆਦਾ ਡਾਕੂਮੈਂਟਸ ਇਕੱਠੇ ਕਰੇ ਹੋਏ ਨੇ ਤੇ ਕੰਮ ਤਾਂ ਕਿਸੇ ਦੇ ਨਹੀਂ ਹੈ। ਕਈ ਵਾਰੀ ਅਸੀਂ ਆਪਣੇ ਮਾਂ ਪਿਓ ਨੂੰ ਬਹੁਤ ਪਿਆਰ ਨਾਲ ਹੱਗ ਕਰਕੇ ਜਾਂ ਉਹਨਾਂ ਦੇ ਨਾਲ ਖੜ ਕੇ ਕਹਿੰਦੇ ਆ ਕਿ ਹੁਣ ਮੈਂ ਜਵਾਨ ਹੋ ਗਿਆ, ਹੁਣ ਮੈਂ ਕਮਾਊਂਗਾ ਤੇ ਤੇਰੇ ਦੁੱਖ ਤਕਲੀਫਾਂ ਦੂਰ ਕਰੂੰਗਾ। ਤੇ ਸਰ ਉਹਨਾਂ ਨੂੰ ਮੇਰੇ ਤੋਂ ਬਹੁਤ ਉਮੀਦਾਂ ਨੇ। ਈਵਨ ਮੈਂ ਵੀ ਇਹ ਕਹਿੰਦੀ ਹਾਂ ਕਿ ਅਗਰ ਮੈਂ ਪੜ੍ਹਾਈ 'ਚ ਅੱਛੀ ਹਾਂ ਤਾਂ ਮੰਮਾ ਮੈਂ ਜ਼ਰੂਰ ਕੁਝ ਕਰਕੇ ਦਿਖਾਊਂਗੀ ਤੇ ਜਿਹੜਾ ਆਪਣਾ ਘਰ ਲੈਣ ਦਾ ਸੁਪਨਾ ਵੀ ਉਹ ਮੈਂ ਪੂਰਾ ਕਰੂੰਗੀ। ਤੇ ਮੈਂ ਕਹਿੰਦੀ ਹਾਂ ਹਾਂਜੀ ਸਰ, ਤੇ ਮੈਂ ਕਹਿੰਦੀ ਹਾਂ ਕਿ ਜਿਹੜਾ ਘਰ ਹੋਏਗਾ ਨਾ ਮੈਂ ਤੁਹਾਡੇ ਨਾਮ ਕਰਾਊਂਗੀ ਸਰ। ਉਹਨਾਂ ਨੂੰ ਸਿਰਫ ਇੰਨੀ ਕੀ ਇੱਛਾ ਹੈ ਕਿ ਕੱਲ੍ਹ ਨੂੰ ਸਾਡੇ ਘਰ ਦੀ ਛੱਤ ਆਪਣੇ ਨਾਮ ਹੋਵੇ। ਤਾਂ ਤੁਸੀਂ ਸੋਚੋ, ਮੇਰੇ ਫਾਦਰ ਸਾਹਿਬ ਇੱਕ ਨਾਰਮਲ ਜਿਵੇਂ ਪਰਿਵਾਰ ਤੋਂ ਆ, ਮੈਂ ਉਹ 1.5 ਲੱਖ ਕਿਵੇਂ ਭੁੱਲ ਜਾ? ਮੈਂ ਐਮਐਸਸੀ ਦੀ ਪੜ੍ਹਾਈ ਦੀ ਸਾਰੀ ਫੀਸ ਕਿਵੇਂ ਭੁੱਲ ਜਾ? ਮੈਂ ਬੀਐਸਸੀ ਨਾਨ ਮੈਡੀਕਲ ਵਾਲੀ ਪੜ੍ਹਾਈ ਦੀ ਫੀਸ ਕਿਵੇਂ ਭੁੱਲ ਜਾ? ਸਰਕਾਰ ਚੁਣਨ ਤੋਂ ਬਾਅਦ ਵੀ ਉਹ ਆਪਣਾ ਕੰਮ ਚੰਗੀ ਤਰ੍ਹਾਂ ਕਰਦੀ ਹੀ ਨਹੀਂ ਹੈਗੀ। ਬਸ ਸਿਰਫ ਉਡੀਕੀ ਜਾਓ, 5 ਸਾਲ ਲੰਘਣਗੇ, ਅਖੀਰ ਵਾਲੇ ਸਾਲ ਅਸੀਂ ਕੁਝ ਕਰ ਲਾਂਗੇ, 4 ਸਾਲ ਚੁੱਪ ਕਰਕੇ ਬੈਠੇ ਰਹਿੰਦੇ ਆ ਸਰ। ਇਹੀ ਗੱਲ ਕਹੂੰਗੀ, ਇਸ ਵਾਰ ਅਸੀਂ ਇਲੈਕਸ਼ਨ ਦਾ ਕੰਪਲੀਟ ਬਾਈਕਾਟ ਕਰਾਂਗੇ। ਸਰਕਾਰ ਤੇ ਗੁੱਸਾ ਆਉਂਦਾ? ਸਰਕਾਰ ਤੇ ਬਹੁਤ ਗੁੱਸਾ ਆਉਂਦਾ ਸਰ। ਮੈਂ ਇੱਕ ਮੀਡੀਓਕਰ ਜਿਹੇ ਪਰਿਵਾਰ ਤੋਂ, ਮੇਰੇ ਪਾਪਾ ਲੇਬਰ ਕਰਦੇ ਆ ਤੇ ਉਹਨਾਂ ਨੂੰ ਮੇਰੇ ਤੋਂ ਹੀ ਉਮੀਦਾਂ ਹੈ ਕਿ ਸਾਡੀ ਕੁੜੀ ਕੁਝ ਬਣੂਗੀ, ਟੀਚਰ ਬਣੂਗੀ। ਬਟ ਜੇ ਪੰਜਾਬ ਸਰਕਾਰ ਸਾਨੂੰ ਮੌਕਾ ਦੇਵੇ, ਟੈਸਟ ਲਵੇ, ਅਸੀਂ ਤਾਂ ਹੀ ਕੁਝ ਕਰ ਸਕਦੇ ਹਾਂ ਅੱਗੇ। ਐਕਚੁਅਲੀ ਸਰ ਮੇਰੇ ਪੇਰੈਂਟਸ ਦੇ ਵਿੱਚੋਂ ਮੇਰੇ ਸਿਰਫ ਮਦਰ ਨੇ ਜੋ ਇਕਨੋਮਿਕਲੀ ਸਾਡੇ ਘਰ ਨੂੰ ਚਲਾਉਂਦੇ ਆ। ਤੇ ਸਰ ਉਹਨਾਂ ਨੇ ਮਤਲਬ ਆਪਣੀ ਸਾਰੀ ਲਾਈਫ ਸਾਨੂੰ ਪੜ੍ਹਾਉਣ ਤੇ ਲਗਾਈ ਹੈ। ਔਰ ਸਰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਉਹਨਾਂ ਨੂੰ ਕਹਿਣ ਲਈ ਕਿ ਮੇਰੀ ਫੀਸ ਭਰੋ ਤੁਸੀਂ। ਪ੍ਰਾਈਮ ਟਾਈਮ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਬਸ਼ਰਮਾ ਦੀ ਡੁੱਲੀ ਦਾਲ, ਉਹ ਕਹਿੰਦੇ ਅਸੀਂ ਤਾਂ ਡੋਲ ਡੋਲ ਕੇ ਹੀ ਖਾਂਦੇ ਆ। ਇਹ ਪੰਜਾਬ ਦੀ ਸਰਕਾਰ ਤੇ ਬੜੀ ਵਧੀਆ ਢੁੱਕਦੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਪ੍ਰਧਾਨ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਹੈ, ਵਿਜੇ ਇੰਦਰ ਸਿੰਗਲਾ ਸਿੱਖਿਆ ਮੰਤਰੀ ਨੇ ਤੇ ਸਭ ਤੋਂ ਚਰਚਿਤ ਰਹਿਣ ਵਾਲੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੇ। ਇਹਨਾਂ ਦੇ ਨਾਂ ਇਸ ਕਰਕੇ ਲੈ ਰਿਹਾ ਕਿਉਂਕਿ ਅੱਜ ਅਸੀਂ ਬੇਰੁਜ਼ਗਾਰਾਂ ਦੀ ਮੰਡੀ ਲਾਈ ਹੈ ਸਾਡੇ ਆਫਿਸ ਦੇ ਵਿੱਚ। ਇਹ ਮੰਡੀ ਇਸ ਕਰਕੇ ਲੱਗੀ ਹੈ ਕਿ ਮਾੜੀ ਮੋਟੀ ਸ਼ਰਮ ਸ਼ਾਇਦ ਅੱਜ ਦਾ ਸ਼ੋਅ, ਅੱਜ ਦਾ ਪ੍ਰਾਈਮ ਟਾਈਮ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਜਿੰਨੇ ਮੈਂ ਨਾਂ ਲਏ ਹੈ ਕ੍ਰਿਸ਼ਨ ਕੁਮਾਰ ਸਾਹਿਬ ਤੱਕ, ਕੋਈ ਇੱਕ ਬੰਦੇ ਤੱਕ ਇਹ ਸ਼ੋਅ ਪਹੁੰਚਦਾ ਜੇ ਤੁਸੀਂ ਕਰਦੇ ਹੋ, ਤੁਹਾਡੀ ਮਿਹਰਬਾਨੀ। ਇਹ ਸ਼ਰਮ ਆ ਜੇ ਕਿ ਜਿਹੜੀ ਦਾਲ ਡੋਲ ਡੋਲ ਕੇ ਖਾਂਦੇ ਹੋ ਉਹ ਦਰਅਸਲ ਤੁਹਾਡੇ ਲਾਇਕ ਹੀ ਨਹੀਂ ਸੀ। ਤੁਸੀਂ ਲੀਡ ਕਰਨ ਦੇ ਲਾਇਕ ਨਹੀਂ ਹੈਗੇ। ਇਹਨਾਂ ਨੂੰ ਜੋ ਪਤਾ ਨਹੀਂ ਕਿਵੇਂ ਔਖੇ ਸੌਖੇ ਹੋ ਕੇ ਪੜ੍ਹਾਈਆਂ ਕਰਕੇ, ਬਹੁਤ ਮੁਸ਼ਕਿਲ ਪਰਿਵਾਰਾਂ ਦੇ ਵਿੱਚੋਂ ਨਿਕਲ ਕੇ, ਕਿਸੇ ਦੇ ਪਿਤਾ ਕੋਈ ਛੋਟੀ ਮੋਟੀ ਜੌਬ ਕਰਦੇ ਆ, ਕੋਈ ਮਸਾਂ ਬੱਚਿਆਂ ਨੂੰ ਪਾਲ ਕੇ ਇੱਥੋਂ ਤੱਕ ਉਹਨਾਂ ਨੇ ਵੱਡਾ ਕੀਤਾ ਕਿ ਆਖਰ ਇੱਕ ਦਿਨ ਆਊਗਾ ਔਰ ਉਹ ਨੌਕਰੀ ਲੱਗਣਗੇ। ਤੁਹਾਡੀਆਂ ਪਾਲਿਸੀਆਂ ਐਸੀਆਂ ਬਣੀਆਂ ਨੇ ਕਿ ਜਦੋਂ ਅੱਜ ਐਕਸਪਲੇਨ ਕਰਾਂਗੇ, ਅਸੀਂ ਚਾਹੁੰਦੇ ਹਾਂ ਕਿ ਕੱਲਾ ਕੱਲਾ ਦਰਸ਼ਕ ਜੋ ਇਹ ਚਰਚਾ ਵੀ ਕਰਦੇ ਆ ਕਿ ਤੁਸੀਂ ਮੂਸੇ ਵਾਲੇ ਤੋਂ ਲੈ ਕੇ ਤੇ ਗਾਇਕਾਂ ਦੇ ਰੌਲਿਆਂ 'ਚ ਰਹਿ ਜਾਂਦੇ ਹੋ, ਚੰਗੀਆਂ ਖਬਰਾਂ ਦਿਓ ਤੇ ਫਿਰ ਅੱਜ ਟਿਕ ਕੇ ਦੇਖਿਓ, ਪੂਰਾ ਸ਼ੋਅ ਦੇਖਿਓ। ਔਰ ਇੱਕ ਇੱਕ ਐਪਲੀਕੈਂਟ ਜਿਹੜਾ ਜਿਹਨੇ ਨੌਕਰੀ ਵਾਸਤੇ ਅਪਲਾਈ ਕਰਨਾ ਸੀ, ਉਹ ਅੱਜ ਬੇਰੁਜ਼ਗਾਰ ਹੋ ਕੇ ਅੱਜ ਬੇਰੁਜ਼ਗਾਰਾਂ ਦੀ ਇਸ ਮੰਡੀ 'ਚ ਆ ਕੇ ਸਾਡੇ ਨਾਲ ਬੈਠ ਗਿਆ। ਤਾਂ ਸਾਡੇ ਜਿਹੜੇ ਮਹਿਮਾਨ ਨੇ ਉਹ ਤਮਾਮ ਉਹ ਲੜਕੀਆਂ ਤੇ ਸਾਡਾ ਇੱਕ ਵੀਰ ਆ ਅੱਜ ਜੋ ਇਹ ਲੜਾਈ ਲੜ ਰਿਹਾ ਕਿ ਕਿਤੇ ਕੋਈ ਖੈਰ ਸੁੱਖ ਆਵੇ, ਕੋਈ ਟੈਟ ਦਾ ਪੇਪਰ ਕਰਾ ਦੇ ਸਰਕਾਰ, ਜੋ ਕਈ ਸਾਲਾਂ ਤੋਂ ਨਹੀਂ ਹੋਇਆ। ਕੋਰਟ ਦੇ ਵਿੱਚ ਚੱਲ ਰਹੇ ਮਸਲੇ ਸੁਲਝ ਜਾਣ, ਨੌਕਰੀ ਦੀ ਪੇਸ਼ਕਸ਼ ਹੋਈ, ਸਭ ਕੁਝ ਹੋ ਗਿਆ, ਅਖੀਰ ਜੁਆਇਨਿੰਗ ਲੈਟਰ ਨਹੀਂ ਮਿਲਿਆ ਔਰ ਅੱਜ ਭਟਕ ਰਹੇ ਹੈ ਕਿ ਸ਼ਾਇਦ ਸਾਡੀ ਕੋਈ ਸੁਣਵਾਈ ਕਰ ਲੇ। ਹਾਂ, ਡਾਂਗਾਂ ਜ਼ਰੂਰ ਪੈਂਦੀਆਂ ਜਦੋਂ YPS ਚੌਂਕ 'ਚ ਪਟਿਆਲੇ ਪਹੁੰਚਦੇ ਹੈ ਤਾਂ ਸਵਾਗਤ ਬੜਾ ਕਮਾਲ ਕੀਤਾ ਜਾਂਦਾ ਹੈ। ਪੰਜਾਬ ਪੁਲਿਸ ਡਾਂਗਾ ਮਾਰ ਮਾਰ ਕੇ ਵਾਪਸ ਘਰਾਂ ਨੂੰ ਤੋਰ ਦਿੰਦੀ ਹੈ। ਤਾਂ ਅੱਜ ਸਾਡੇ ਨਾਲ ਸਾਡੇ ਖਾਸ ਮਹਿਮਾਨ ਹੈ ਔਰ ਸਾਡੀ ਇਹ ਬੇਰੁਜ਼ਗਾਰਾਂ ਦੀ ਅੱਜ ਮੰਡੀ ਲੱਗੀ ਹੈ ਸਰਕਾਰ ਨੂੰ ਸ਼ਰਮ ਦੇਣ ਵਾਸਤੇ। ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਤੁਹਾਡੀ ਸਮੱਸਿਆ ਕੀ ਹੈ, ਸ਼ੁਰੂ ਤੋਂ ਐਕਸਪਲੇਨ ਕਰੋ ਕਿ ਤੁਸੀਂ ਅੱਜ ਕਹਿਣਾ ਕੀ ਚਾਹੁੰਦੇ ਹੋ ਔਰ ਕੀ ਕਹਿਣ ਆਏ ਹੋ ਇੱਥੇ, ਸਰਕਾਰ ਦੇ ਕੰਨਾਂ ਤੱਕ ਤੇ ਆਮ ਆਵਾਮ ਨੂੰ ਸਮਝ ਆਵੇ।
ਸਰਕਾਰ ਕਹਿੰਦੀ ਹੈ ਕਿ ਘਰ ਘਰ ਨੌਕਰੀ ਦੇਵਾਂਗੇ ਜੀ, ਪਰ ਬਿਲਕੁਲ ਪਿਛਲੇ 3 ਸਾਲਾਂ ਤੋਂ ਟੈਟ ਦਾ ਪੇਪਰ ਨਹੀਂ ਹੋਇਆ ਤੱਕ। ਹੁਣ ਪੋਸਟਾਂ ਕੱਢੀਆਂ, ਉਹਦੇ ਵਿੱਚ ਅਸੀਂ ਤਿਆਰੀ ਕਰ ਰਹੇ ਹਾਂ ਜੀ ਪੇਪਰ ਦੇਣ ਦੀ, ਪਰ ਟੈਟ ਦਾ ਪੇਪਰ ਨਾ ਹੋਣ ਕਰਕੇ ਉਹਨਾਂ ਵਿੱਚ ਐਲੀਜੀਬਲ ਨਹੀਂ ਹੋ ਸਕਦੇ ਜੀ। ਤੇ ਦੂਜੀ ਗੱਲ ਜੀ, ਮਤਲਬ ਸਰਕਾਰ ਨੇ ਪਿਛਲੇ ਸਾਲ ਹੀ 2364 ਪੋਸਟਾਂ ਕੱਢੀਆਂ ਸੀਗੀਆਂ ਜੀ, ਉਹਦੇ ਵਿੱਚ ਮੇਰਾ ਨੰਬਰ ਆ ਗਿਆ ਸੀਗਾ ਜੀ, ਤੇ 9 ਮਹੀਨੇ ਹੋ ਗਏ ਸਾਨੂੰ ਉਦੋਂ ਤੱਕ ਜੁਆਇਨਿੰਗ ਲੈਟਰ ਜਿਹੜਾ ਨਹੀਂ ਮਿਲਿਆ ਜੀ। ਤੇ ਉਹਦੇ ਵਿੱਚ ਬੀਐਡ ਵਾਲਿਆਂ ਨੇ ਕੇਸ ਕਰਤਾ ਕਿ ਸਾਨੂੰ ਅਪਲਾਈ ਹੋਣਾ ਚਾਹੀਦਾ ਜੀ, ਕਿਉਂਕਿ ਕੋਰਟ ਦੇ ਵਿੱਚ ਕੇਸ ਚੱਲ ਰਿਹਾ, 9 ਮਹੀਨੇ ਹੋ ਗਏ ਸਾਨੂੰ, ਮਤਲਬ ਜੁਆਇਨਿੰਗ ਲੈਟਰ ਦੀ ਉਡੀਕ ਕਰ ਰਹੇ ਹਾਂ ਜੀ। ਤਾਂ ਤੁਹਾਡਾ ਕੋਈ ਕਸੂਰ ਨਹੀਂ ਉਹਦੇ ਸਾਡਾ ਕੋਈ ਕਸੂਰ ਨਹੀਂ, ਅਸੀਂ ਦੋਵੇਂ ਪੇਪਰ ਦਿੱਤੇ, ਕਲੀਅਰ ਕੀਤੇ ਜੀ, ਸਕਰੂਟਨੀ ਵੀ ਦਿੱਤੀ, ਸਭ ਕੁਝ ਸਰਟੀਫਿਕੇਟ ਸਭ ਕੀ ਇਹਦਾ ਪ੍ਰੋਸੀਜਰ ਕੀ ਹੁੰਦਾ, ਥੋੜਾ ਜਿਹਾ ਸਮਝਾਓ ਜਿਹੜੇ ਦਰਸ਼ਕ ਦੇਖ ਰਹੇ ਆ। ਮਤਲਬ ਪਹਿਲਾਂ ਤਾਂ ਟੈਟ ਦਾ ਪੇਪਰ ਕਲੀਅਰ ਕਰਨਾ ਹੁੰਦਾ ਜੀ, ਉਸ ਤੋਂ ਬਾਅਦ ਇੱਕ ਸੈਕਿੰਡ ਪੇਪਰ ਜਿਹੜਾ ਹੁਣ ਪਿਛਲੇ ਸਾਲ ਕੈਪਟਨ ਸਰਕਾਰ ਨੇ ਹੀ ਰੱਖਿਆ ਜੀ, ਪਹਿਲਾਂ ਨਹੀਂ ਹੁੰਦਾ ਸੀ। ਇਹ ਪਹਿਲਾਂ ਮੇਰੇ ਖਿਆਲ ਇੱਕ ਪੇਪਰ ਹੁੰਦਾ ਸੀ, ਪਹਿਲਾਂ ਇੱਕ ਹੁੰਦਾ ਸੀ ਇਕੱਲਾ ਟੈਟ ਦਾ, ਹੁਣ 2 ਕਰਤੇ ਈਟੀਟੀ ਚ। ਹਾਂ, ਦੂਜਾ ਪੇਪਰ ਕਲੀਅਰ ਕਰਨਾ ਪੈਂਦਾ ਜੀ, ਤੇ ਦੂਜੇ ਜਿਹਦੇ ਮਤਲਬ ਵੱਧ ਨੰਬਰ ਆਉਣਗੇ ਜੀ, ਉਹਦੇ ਲਿਸਟ 'ਚ ਨਾਮ ਆ ਜਾਂਦਾ ਜੀ। ਤੇ ਮੇਰਾ ਨਾਮ ਆ ਗਿਆ ਸੀ, ਮਤਲਬ ਹੋਰ ਵੀ 2364। ਤਾਂ ਜਿਹੜੇ ਮੈਰਿਟ ਪਹਿਲਾਂ ਮੈਰਿਟ ਸੀਗੀ, ਹੁਣ ਉਹਨਾਂ ਨੇ ਕਰਤਾ ਕਿ ਕਿੰਨੇ ਨੰਬਰ ਹੈ, 90 ਨੰਬਰ ਹੈ ਮੇਰੇ ਖਿਆਲ, 90 ਹੈ ਜੀ ਜਨਰਲ 90 ਨੰਬਰ ਜਿਹੜੇ ਕਲੀਅਰ ਕਰ ਲੈਂਦੇ, ਉਸ ਤੋਂ ਬਾਅਦ ਇੱਕ ਟੈਸਟ ਸਰਕਾਰ ਹੋਰ ਲੈਂਦੀ ਹੈ, ਦੂਜਾ ਲਊਗੀ। ਹਾਂਜੀ, ਤੁਹਾਡਾ ਉਹ ਵੀ ਕਲੀਅਰ ਹੋ ਗਿਆ? ਉਹ ਵੀ ਕਲੀਅਰ ਸੀਗਾ। ਫਿਰ ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਮੈਰਿਟ ਲਿਸਟ ਬਣਦੀ ਹੈ, ਜੇ ਨੰਬਰ ਵੱਧ ਆਉਂਦੇ ਆ ਮਤਲਬ ਵੀ। ਅੱਛਾ, ਉਸ ਤੋਂ ਬਾਅਦ ਮਤਲਬ ਲਿਸਟ ਆਈ, ਲਿਸਟ 'ਚ ਨਾਮ ਵੀ ਆ ਗਿਆ ਜੀ, ਸਕਰੂਟਨੀ ਹੋਈ ਮੋਹਾਲੀ ਬੋਰਡ 'ਚ, ਸਭ ਕੁਝ ਹੋ ਗਿਆ ਜੀ। ਤੇ ਪਰ ਉਹਨਾਂ ਨੇ ਲੈਟਰ ਦੇਣੇ ਸੀਗੇ, ਪਰ ਲੈਟਰ ਨਹੀਂ ਦਿੱਤੇ, ਕੇਸ ਪੈ ਗਿਆ ਜੀ। ਹੁਣ ਕੋਰਟ 'ਚ ਕੇਸ ਚੱਲ ਰਿਹਾ, 9 ਮਹੀਨੇ ਹੋ ਗਏ ਆ ਜੀ। ਦਸੰਬਰ ਦੀ ਗੱਲ ਹੈ, ਦਸੰਬਰ ਸਕਰੂਟਨੀ ਕੀਤੀ ਸੀ ਅਸੀਂ, ਤੇ ਮੁੜ ਕੇ ਕੋਈ ਮਤਲਬ ਹੱਲ ਨਹੀਂ ਹੋਇਆ ਉਹਦਾ ਅੱਜ ਤੱਕ ਹੀ। ਤਾਂ ਤੁਹਾਡਾ ਸਾਰਾ ਕੁਝ ਕਲੀਅਰ ਸੀ, ਤੁਹਾਨੂੰ ਨੌਕਰੀ ਨਹੀਂ ਮਿਲੀ ਇਸ ਕਾਰਨ? ਸਭ ਕੁਝ ਸਿਰਫ ਇਹ ਪਾਲਿਸੀ ਜਿਹੜੀ ਸੀ। ਔਰ ਬੀਐਡ ਵਾਲਿਆਂ ਨੇ ਕਿਉਂ ਕੀਤਾ? ਬੀਐਡ ਵਾਲਿਆਂ ਦਾ ਕੀ ਕਹਿਣਾ? ਬੀਐਡ ਵਾਲੇ ਕਹਿੰਦੇ ਕਿ ਅਸੀਂ ਵੀ ਐਲੀਜੀਬਲ ਹਾਂ, ਮਤਲਬ ਇਹਦੇ 'ਚ ਅਸੀਂ ਵੀ ਕਰ ਸਕਦੇ ਹਾਂ ਜੀ, ਪਰ ਪੋਸਟਾਂ ਈਟੀਟੀ ਦੀ ਸੀਗੀਆਂ ਜੀ। ਉਹ ਬੀਐਡ ਵਾਲਿਆਂ ਨੇ ਅਪਲਾਈ ਕੀਤਾ ਜੀ, ਹੁਣ ਉਹਨਾਂ ਨੇ ਕੇਸ ਕਰਤਾ ਜੀ, ਇਹਨਾਂ ਨੂੰ ਬਾਹਰ ਕੱਢੋ ਜਿਹੜੇ ਈਟੀਟੀ ਵਾਲੇ ਸੀਗੇ ਜੀ। 3-4 ਕੇਸ ਪੈ ਗਏ ਉਹਦੇ ਤੇ ਹੀ, ਤੇ ਕੋਰਟ 'ਚ ਕੋਈ ਸੁਣਵਾਈ ਨਹੀਂ ਹੋਈ, ਤਰੀਕ ਅੱਗੇ ਤੋਂ ਅੱਗੇ ਪਈ ਜਾਂਦੀ ਹੈ ਜੀ। ਤੁਹਾਡਾ ਪਰਿਵਾਰਕ ਬੈਕਗ੍ਰਾਉਂਡ ਕੀ ਹੈ? ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਸਾਰਾ ਥੋੜਾ ਐਕਸਪਲੇਨ ਕਰੋ, ਦੱਸੋ ਸਾਨੂੰ। ਮੇਰਾ ਪਿੰਡ ਸਰਾਲਾ ਜੀ, ਮਤਲਬ ਪਟਿਆਲੇ ਜ਼ਿਲ੍ਹੇ 'ਚ ਪੈਂਦਾ ਜੀ। ਖੇਤੀਬਾੜੀ ਕਰਦੇ ਹਾਂ ਘਰ ਦੇ, ਮਤਲਬ ਜੀ। ਤੇ ਸਰ ਪਹਿਲਾਂ ਈਟੀਟੀ 'ਚ ਸੀ, ਇਕੱਲੀ +2 ਤੇ ਹੁੰਦੇ ਹੋ ਜਾਂਦੀ ਸੀਗੀ, ਫਿਰ ਇਹਨਾਂ ਨੇ ਬੀਏ ਦੇ ਨੰਬਰ ਕਰਤੇ ਜੀ। ਤੇ ਬੀਏ 'ਚ ਮਤਲਬ ਈਟੀਟੀ ਤੋਂ ਬਾਅਦ ਮੇਰੇ ਨਾਲ ਹਾਦਸਾ ਹੋ ਗਿਆ ਜੀ, ਤੇ ਉਸ ਤੋਂ ਬਾਅਦ ਬੀਏ ਕੀ ਹੋਇਆ? ਹਾਦਸਾ ਕਿਵੇਂ ਹੋਇਆ? ਪੋਟਾਸ਼ ਫਟ ਗਈ ਸੀ ਜੀ। ਅੱਛਾ, ਮਤਲਬ ਖੇਤੀਬਾੜੀ 'ਚ ਯੂਜ਼ ਕਰਦੇ ਸੀਗੇ, ਉਹ ਫਟ ਗਈ ਸੀਗੀ। ਤੇ ਬੀਏ ਜਿਹੜੀ ਮੈਂ ਰਾਈਟਰ ਲੈ ਕੇ ਕੀਤੀ 3 ਸਾਲ, ਮਤਲਬ ਫਿਰ ਇਹ ਬਾਂਹ ਕੱਟਣੀ ਪਈ ਉਹਦੇ ਕਰਕੇ? ਹਾਂਜੀ, ਉਹਦੇ ਕਰਕੇ ਮਤਲਬ ਅੱਗੇ ਫੈਲ ਜਾਂਦੀ ਸੀ, ਉਹਦਾ ਬਲਾਸਟ ਹੋ ਗਿਆ ਸੀਗਾ। ਹਾਂਜੀ, ਤੇ ਬੀਏ ਜਿਹੜੀ ਕੀਤੀ ਹੈ ਮੈਂ ਰਾਈਟਰ ਲੈ ਕੇ ਕੀਤੀ ਹੈ, ਮਤਲਬ ਕਿ ਬੰਦਾ ਲੈ ਕੇ ਪੇਪਰ ਲਿਖਣ ਲਈ ਬੜੀ ਔਖੀ ਕੀਤੀ ਹੈ ਮਤਲਬ ਵੀ। ਤਾਂ ਤੁਸੀਂ ਰਾਈਟ ਹੈਂਡ ਨਾਲ ਲਿਖਦੇ ਸੀਗੇ? ਹਾਂਜੀ, ਪਹਿਲਾਂ ਰਾਈਟ ਨਾਲ ਲਿਖਦੇ ਸੀਗੇ ਜੀ, ਤੇ ਹੁਣ ਲਿਖਣ ਦੀ ਮਤਲਬ ਔਖਾ ਹੋ ਜਾਂਦਾ ਸੀਗਾ ਜੀ। ਤੇ ਰਾਈਟਰ ਲੈ ਕੇ ਕੀਤਾ ਮਤਲਬ ਬੀਏ ਬੜੀ ਔਖੀ ਕਲੀਅਰ ਕੀਤੀ ਹੈ, ਹੁਣ ਕਲੀਅਰ ਹੋ ਗਈ ਬੀਏ ਵੀ। ਪਰ ਹੁਣ ਟੈਟ ਦਾ ਪੇਪਰ ਨਹੀਂ ਕੱਢ ਰਹੇ, ਮਤਲਬ ਜੀ ਕਿ ਦੂਜੀ ਪੋਸਟਾਂ ਨਿਕਲਣੀ 2364, ਮਤਲਬ 6800 ਨਿਕਲੀਆਂ ਨਵੀਆਂ ਜਿਹੜੀਆਂ ਜੀ, ਉਹਦੇ 'ਚ ਮਤਲਬ ਟੈਟ ਦਾ ਪੇਪਰ ਲੈਣਾ ਚਾਹੀਦਾ ਪਹਿਲਾਂ ਜੀ। ਤੇ ਕ੍ਰਿਸ਼ਨ ਕੁਮਾਰ ਜਾਂਦੇ ਆ, ਉਹ ਕਹਿੰਦੇ ਮਤਲਬ ਕਿ ਸਰਕਾਰ ਕੋਲ ਜਾਓ, ਸਰਕਾਰ ਕਹਿੰਦੇ ਕ੍ਰਿਸ਼ਨ ਕੁਮਾਰ ਕਰੂਗਾ ਜੀ। ਮਤਲਬ ਆਪਸ 'ਚ ਮਿਲੇ ਹੋਈ ਇਹ ਤਾਂ ਤੁਹਾਡੀਆਂ ਮੁਲਾਕਾਤਾਂ ਹੋਈਆਂ, ਤੁਹਾਡੇ ਜਿਹੜੇ ਯੂਨੀਅਨ ਬਣੀ ਹੋਣੀ ਹੈ, ਉਹਨਾਂ ਦੀਆਂ ਮੀਟਿੰਗਸ ਚੱਲਦੀਆਂ ਰਹਿੰਦੀਆਂ? ਹਾਂਜੀ। ਫਿਰ ਉਹ ਕਹਿੰਦੇ ਕੀ ਹੈ ਉੱਥੇ ਜਾ ਕੇ? ਕੀ ਕੱਲੀ ਗੋਲੀ ਦੇ ਦਿੰਦੇ ਆ, ਫਿਰ ਅਗਲੀ ਤਰੀਕ ਦੇ ਦਿੰਦੇ? ਕ੍ਰਿਸ਼ਨ ਕੁਮਾਰ ਕਹਿੰਦੇ ਸਰਕਾਰ ਨਾਲ ਗੱਲ ਕਰੋ ਜੀ, ਸਰਕਾਰ ਕਹਿੰਦੀ ਕ੍ਰਿਸ਼ਨ ਕੁਮਾਰ ਨਾਲ ਗੱਲ ਕਰੋ ਜੀ, ਸਿੱਖਿਆ ਮੰਤਰੀ ਨਾਲ ਕਰੋ। ਮਤਲਬ ਆਪਸ 'ਚ ਉਲਝਾਈ ਜਾਂਦੇ ਆ ਕਿ ਕੋਈ ਰਾਹ ਨਹੀਂ ਪਾਉਂਦੇ ਸਾਨੂੰ ਵੀ। ਤੇ ਕਿੰਨੀ ਤੁਹਾਡੇ ਕੋਲੇ ਪਿੱਛੇ ਪਿਛੋਕੜ ਜ਼ਮੀਨ ਜਿਹੜੀ ਹੈ ਵਾਹੀ ਤੁਸੀਂ ਆਪ ਕਰਦੇ ਸੀ ਫਿਰ ਪਰਿਵਾਰ ਦੇ ਨਾਲ? ਆਪ ਕਰਦੇ ਸੀਗੇ, ਹੁਣ ਤਾਂ ਠੇਕੇ ਦੇ ਹੀ ਦਿੰਦੇ ਆ ਵੈਸੇ। ਹੁਣ ਫਿਰ ਰੋਜ਼ਗਾਰ ਦੇ ਸਾਧਨ? ਹੋਰ ਰੋਜ਼ਗਾਰ ਦੇ ਤਾਂ ਕੋਈ ਨਹੀਂ ਹੋ ਰਹੀ, ਕੋਈ ਸਾਧਨ ਨਹੀਂ ਹੈ, ਸਿਰਫ ਇਸੇ ਤੇ ਆਸ ਹੈ ਤੁਹਾਨੂੰ ਜੇ ਨੌਕਰੀ ਮਿਲ ਜਾਏ? ਨੌਕਰੀ ਤੇ ਆਸ ਹੈ, ਹਾਂਜੀ। 9 ਮਹੀਨੇ ਤੋਂ ਆਸ ਲਾਈ ਬੈਠੇ ਆ ਜੀ, ਦੇਖੋ ਕਦੋਂ ਸੁਣਵਾਈ ਹੁੰਦੀ ਹੈ ਸਾਡੀ। ਤੁਸੀਂ ਕੁਝ ਐਡ ਕਰ ਰਹੇ ਸੀ ਪਿੱਛੇ ਰਜਨੀ, ਤੁਸੀਂ ਆਪਣੇ ਬਾਰੇ ਪਹਿਲਾਂ ਥੋੜਾ ਦੱਸੋ, ਔਰ ਫਿਰ ਜਿਹੜੀ ਗੱਲ ਕਹਿਣਾ ਚਾਹ ਰਹੇ ਸੀ ਉਹ ਕਰੋ। ਸਰ ਮੈਂ ਇੱਕ ਸਧਾਰਨ ਜਿਹੇ ਪਰਿਵਾਰ ਤੋਂ ਆ, ਜਿਵੇਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਘਰ ਘਰ ਨੌਕਰੀ ਦਿੱਤੀ ਜਾਵੇਗੀ, ਜਿਸ 'ਚ ਮੇਰੀ ਐਲੀਜੀਬਿਲਟੀ ਬਣਦੀ ਹੈ ਪ੍ਰੋਫੈਸ਼ਨਲੀ ਟੀਚਿੰਗ ਦੀ। ਤੁਸੀਂ ਉਹੀ 3 ਸਾਲ ਤੋਂ ਨਹੀਂ ਕੱਢ ਰਹੇ ਟੈਟ, ਮੈਂ ਦੂਜੀ ਲਾਈਨ 'ਚ ਕਿਵੇਂ ਜਾਵਾਂ? ਮੈਂ ਇੱਕ ਨਾਰਮਲ, ਜੇ ਮੇਰੇ ਫਾਦਰ ਸਾਹਿਬ LIC ਦੇ ਐਡਵਾਈਜ਼ਰ ਨੇ, ਉਹ ਮੇਰੇ ਤੇ 15 ਲੱਖ ਨਹੀਂ ਲਾ ਸਕਦੇ ਕਿ ਮੈਂ ਬਾਹਰ ਜਾ ਕੇ ਉੱਥੇ ਜਾ ਕੇ ਸੈਟਲ ਹੋ ਸਕਾਂ, ਕੈਨੇਡਾ ਜਾ ਸਕਾਂ। ਜੀ ਸਰ। ਸਰ ਅਗਰ ਇਹ ਚਾਹੁੰਦੇ ਨੇ ਕਿ ਜੌਬਸ ਨਹੀਂ ਦੇ ਸਕਦੇ ਸਾਨੂੰ ਇਹ ਪ੍ਰੋਫੈਸ਼ਨ 'ਚ ਅੱਗੇ ਲੈ ਕੇ ਨਹੀਂ ਆ ਸਕਦੇ, ਤਾਂ ETT BEDs ਨੂੰ ਬੰਦ ਕਰ ਦੇਣ, ਤਾਂ ਬੱਚੇ ਨਹੀਂ ਅੱਗੇ ਆਣਗੇ ਕਿ ਸਾਨੂੰ ਜੌਬਸ ਦਿਓ। ਤੇ ਸਾਰੇ ਇੰਸਟੀਚਿਊਟਸ, ਅਸੀਂ 3 ਸਾਲ ਤੋਂ ਮੈਂ ਕੋਚਿੰਗ ਲੈ ਰਹੀ ਹਾਂ ਯੂਨੀਵਰਸਿਟੀ ਤੋਂ, ਮੈਂ ਉਹ ਚੀਜ਼ ਵੀ ਬੰਦ ਕਰ ਦੇਣੀ ਆ। ਤਾਂ ਇਹ ਉਹ ਵੀ ਖਰਚਾ ਤੁਹਾਡਾ? ਪਹਿਲਾਂ ਨਾਰਮਲ ਪੜ੍ਹਾਈ ਜਿਹੜੀ ਤੁਸੀਂ ਆਮ ਆਪਾਂ ਗ੍ਰੈਜੂਏਸ਼ਨ ਕੀਤੀ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ? ਸਰ ਮੈਂ MSc ਫਿਜ਼ਿਕਸ ਦੀ ਸਟੂਡੈਂਟ ਆ, ਹੁਣੀ ਮੇਰੀ ਕਲੀਅਰ ਹੋਈ ਆ। ਮੈਂ BSc ਨਾਨ ਮੈਡੀਕਲ ਕੀਤੀ, ਮੈਂ ETT ਕੀਤੀ, ਉਹ ਮੇਰੀ ਸਾਰੀ ਜ਼ੀਰੋ ਹੈ। 3 ਸਾਲ ਤੋਂ ਨਹੀਂ ਹੋ ਪਾ ਰਿਹਾ ਕੁਝ ਵੀ। ਜੇ ਆਮ ਪ੍ਰਾਈਵੇਟ ਸਕੂਲ 'ਚ ਤੁਹਾਨੂੰ ਨੌਕਰੀ ਮਿਲਦੀ ਹੈ ਤਾਂ ਉੱਥੇ ਤਨਖਾਹ ਕਿੰਨੀ ਹੋਊਗੀ? ਸਰ 7000 3000 ਪ੍ਰਾਈਵੇਟ ਸਕੂਲ ਦੇ ਵਿੱਚ? ਜੀ ਸਰ। ਮਤਲਬ ਇੱਕ ਜਿਸ ਕਿਸੇ ਨੇ BSc ਨਾਨ ਮੈਡ ਕੀਤੀ ਤੁਸੀਂ ਜੀ, ਫਿਰ ਤੁਸੀਂ MSc ਫਿਜ਼ਿਕਸ ਕੀਤੀ, ਫਿਰ ਤੁਸੀਂ ETT ਕੀਤੀ, ਔਰ ਜਾ ਕੇ ਜੇ ਤੁਸੀਂ ਪ੍ਰਾਈਵੇਟ ਸਕੂਲ ਜਾਂਦੇ ਹੋ ਤਾਂ ਤੁਹਾਨੂੰ 3000 ਰੁਪਏ ਦੀ ਨੌਕਰੀ ਮਿਲਦੀ ਹੈ, ਜੋ ਕਿ ਸ਼ਾਇਦ ਤੇਲ ਦਾ ਖਰਚਾ ਵੀ ਨਾ ਪੂਰਾ ਹੋਵੇ, ਜਿਹੜਾ ਬੰਦਾ
ਜੇ ਤੁਸੀਂ ਸਕੂਟੀ ਐਕਟਿਵਾ ਜਾਂ ਕਿਸੇ ਤੇ ਜਾਂ ਰਕਸ਼ੇ ਤੇ ਵੀ ਜਾਓ, ਰਕਸ਼ੇ ਵਾਲਾ ਵੀ 50 ਰੁਪਏ ਹੁਣ ਲੈਂਦਾ ਹੈ ਜੀ ਸਰ। ਤਾਂ ਉਹ ਪੂਰੀ ਨਹੀਂ ਹੁੰਦੀ। ਤਾਂ ਕੀ ਤੁਸੀਂ ਤੁਰੰਤ ਕੀ ਚਾਹੁੰਦੇ ਹੋ ਕਿ ਸਰ ਕੀ ਅਸੀਂ ਹੋਵੇ? ਚਾਹੁੰਦੇ ਹਾਂ ਕਿ ਜਾਂ ਤਾਂ ਟੈਟ ਕੱਢ ਦੇਣ, ਟੈਟ ਦਾ ਐਗਜ਼ਾਮ ਹੋਣਾ ਚਾਹੀਦਾ ਹੈ, ਜਾਂ ਫਿਰ ਇਹ ਈਟੀਟੀ ਔਰ ਬੀਐਡਸ ਬੰਦ ਹੋ ਜਾਣੀਆਂ ਚਾਹੀਦੀਆਂ ਨੇ। ਫਿਰ ਇਹ 'ਚ ਅੱਗੇ ਤੋਂ ਅੱਗੇ ਬੱਚੇ ਨਹੀਂ ਆਣਗੇ। ਜਿਹੜੇ ਬੱਚੇ ਹੈਗੇ ਨੇ ਉਹੀ ਆਪਣੇ ਆਪ ਲਈ ਲੜ ਕੇ ਉਹਨਾਂ ਨੂੰ ਨਹੀਂ ਕੁਝ ਮਿਲ ਰਿਹਾ, ਤਾਂ ਅਗਲੇ ਵਾਲੇ ਬੱਚਿਆਂ ਨੂੰ ਆਉਣਾ ਹੀ ਨਹੀਂ ਚਾਹੀਦਾ ਇਸ ਲਾਈਨ 'ਚ, ਕਿਉਂਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ਹੈਗਾ। ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਸੀਗੀ ਮੇਰੇ ਖਿਆਲ, ਔਰ ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਕਿ 3 ਮਹੀਨੇ ਦੇ ਅੰਦਰ ਅੰਦਰ ਕੰਡਕਟ ਕੀਤਾ ਜਾਵੇ। ਸਰ ਨਹੀਂ, ਪੰਜਾਬ ਸਰਕਾਰ ਨੇ ਕਿਹਾ ਸੀ ਕਿ ਹਰ ਸਾਲ ਇੱਕ ਪੇਪਰ ਜ਼ਰੂਰ ਹੋਏਗਾ ਟੈਟ ਦਾ, ਪਰ 3 ਸਾਲ ਤੋਂ ਇੱਕ ਵਾਰ ਵੀ ਐਗਜ਼ਾਮ ਨਹੀਂ ਹੋਇਆ। ਤੇ ਪਿਛਲੇ ਸਾਲ ਹੋਇਆ ਸ਼ਾਇਦ 2020 ਦੇ ਵਿੱਚ ਸਰ ਹੋਇਆ। 2020 ਚ ਹੋਇਆ, ਪਰ ਉਹ 2018 ਦਾ ਐਗਜ਼ਾਮ ਸੀ। ਅੱਛਾ, 18 ਦਾ ਐਗਜ਼ਾਮ ਜਾ ਕੇ 2020 ਚ ਲਿਆ ਸਰਕਾਰ ਨੇ। ਜੀ ਸਰ। ਮਤਲਬ ਤੁਸੀਂ ਕਹਿ ਰਹੇ ਹੋ ਕਿ 3 ਸਾਲਾਂ ਤੋਂ ਟੈਟ ਦਾ ਪੇਪਰ ਲਿਆ ਹੀ ਨਹੀਂ ਸਰਕਾਰ ਨੇ। ਹਾਂਜੀ ਸਰ। ਤਾਂ ਅਗਰ ਦੂਜੇ ਪਾਸੇ ਦੇਖਿਆ ਜਾਵੇ, ਸੀਟੈਟ ਸਾਲ ਚ 2 ਵਾਰ ਹੋ ਰਿਹਾ, ਤਾਂ ਪੀਟੈਟ ਲਈ 3 ਸਾਲ ਚ ਇੱਕ ਵਾਰ ਵੀ ਅੱਖ ਨਹੀਂ ਖੁੱਲੀ ਇਹਨਾਂ ਦੀ। ਅੱਛਾ, ਉਹ ਸਾਲ ਚ 2 ਵਾਰੀ ਹੁੰਦਾ ਹੈ। ਜੀ ਸਰ। ਜਦੋਂ ਜਾਂਦੇ ਹੋ ਧਰਨਿਆਂ ਤੇ ਜਾ ਰਹੇ ਹੋ, ਰੋਜ਼ ਉੱਥੇ ਪਹੁੰਚਦੇ ਹੋ, ਡਾਂਗਾਂ ਪੈਂਦੀਆਂ, ਕਈ ਵਾਰੀ ਇਹ ਨਹੀਂ ਮਹਿਸੂਸ ਹੁੰਦਾ ਕਿ ਸਟੈਪ ਬੈਕ ਕਰੀਏ, ਛੱਡ ਦਈਏ ਇਸ ਗੱਲ ਨੂੰ, ਕੁਝ ਹੋਰ ਕਰ ਲਾਂਗੇ? ਸਰ ਸੋਚਦੇ ਹਾਂ ਕਿ ਕੁਝ ਹੋਰ ਟਰਾਈ ਕਰ ਲੈਣੇ, ਦੂਜੇ ਪ੍ਰੋਫੈਸ਼ਨ 'ਚ ਵੀ ਕਿਵੇਂ ਜਾਈਏ। ਇੰਨੀ ਸਟੱਡੀ ਸਾਰੀ ਟੀਚਿੰਗ ਲਾਈਨ ਦੀ ਹੋ ਗਈ, ਤੇ ਇੰਨਾ ਪੈਸਾ ਲਗਾਇਆ ਪੇਰੈਂਟਸ ਨੇ। ਮੇਰੀ ਖੁਦ ਈਟੀਟੀ ਦੀ ਜਿਹੜੀ ਫੀਸ ਸੀਗੀ 1,50,000 ਸੀ। ਤਾਂ ਤੁਸੀਂ ਸੋਚੋ, ਮੇਰੇ ਫਾਦਰ ਸਾਹਿਬ ਇੱਕ ਨਾਰਮਲ ਜਿਵੇਂ ਪਰਿਵਾਰ ਤੋਂ ਆ, ਮੈਂ ਉਹ 1.5 ਲੱਖ ਕਿਵੇਂ ਭੁੱਲ ਜਾ? ਮੈਂ ਐਮਐਸਸੀ ਦੀ ਪੜ੍ਹਾਈ ਦੀ ਸਾਰੀ ਫੀਸ ਕਿਵੇਂ ਭੁੱਲ ਜਾ? ਮੈਂ ਬੀਐਸਸੀ ਨਾਨ ਮੈਡੀਕਲ ਵਾਲੀ ਪੜ੍ਹਾਈ ਦੀ ਫੀਸ ਕਿਵੇਂ ਭੁੱਲ ਜਾ? ਮਾਪਿਓ ਦੀ ਕੀ ਮਾਨਸਿਕਤਾ ਹੈ? ਕਈ ਵਾਰੀ ਉਹ ਉਦਾਸ ਹੁੰਦੇ ਆ ਕਿ ਇੰਨਾ ਪੜ੍ਹ ਕੇ ਤੁਹਾਨੂੰ ਨੌਕਰੀ ਨਹੀਂ। ਬੱਚਾ ਇੰਨਾ ਜ਼ਿਆਦਾ ਕੁਆਲੀਫਿਕੇਸ਼ਨ ਲੈ ਕੇ ਫਿਰ ਰਿਹਾ ਹੈ, ਇੰਨੀ ਜ਼ਿਆਦਾ ਡਾਕੂਮੈਂਟਸ ਇਕੱਠੇ ਕਰੇ ਹੋਏ ਨੇ, ਤੇ ਕੰਮ ਤਾਂ ਕਿਸੇ ਦੇ ਨਹੀਂ ਹੈ। ਔਰ ਇਹ ਜਦੋਂ ਜਿਹੜੇ ਤੁਹਾਡੇ ਨਾਲ, ਕਈ ਵਾਰੀ ਤੁਸੀਂ ਮੇਰੇ ਖਿਆਲ ਅਨਮੋਲ ਗੱਲ ਕਰ ਰਹੇ ਸੀ ਪਹਿਲਾਂ ਮੇਰੇ ਨਾਲ ਕਿ 35-35 ਸਾਲ ਉਮਰ ਹੋ ਜਾਂਦੀ ਹੈ, ਔਰ ਜਿਹੜੇ ਨਾਲ ਜਾਂਦੇ ਹੋ ਉਹ ਅਜੇ ਵੀ ਲੜ ਰਹੇ ਆ ਉੱਥੇ ਜਾ ਕੇ, ਨੌਕਰੀਆਂ ਨਹੀਂ ਮਿਲ ਰਹੀਆਂ, ਤਾਂ ਤੁਹਾਨੂੰ ਮਹਿਸੂਸ ਹੁੰਦਾ ਹੈ? ਹਾਂਜੀ ਸਰ, ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੋਇਆ। ਵੈਸੇ ਤਾਂ ਮੇਰੀ ਐਲੀਜੀਬਿਲਟੀ ਨਹੀਂ ਬਣਦੀ, ਪਰ ਮੈਂ ਇਹ ਸੋਚਦੀ ਹਾਂ ਜੇ ਅੱਜ ਮੈਂ ਨਹੀਂ ਆਉਂਗੀ ਤਾਂ ਮੇਰਾ ਆਉਣ ਵਾਲਾ ਟਾਈਮ ਵੀ ਐਵੇਂ ਦਾ ਹੀ ਹੋਊਗਾ ਜਿਵੇਂ ਦਾ ਅੱਜ ਇਹ ਦੇਖ ਰਹੇ ਨੇ। ਸਰ ਮੈਂ ਉੱਥੇ ਧਰਨੇ ਤੇ ਗਈ ਸੀ, ਹੁਣ ਪਿਛਲੇ ਦਿਨ ਕੱਲ ਹੀ ਹੋਇਆ ਸਰ, ਪਰਸੋਂ ਜੇ। ਸਰ ਮੈਂ ਉੱਥੇ ਉਹਨਾਂ ਦੀ ਏਜ ਦੇਖੀ, ਮੈਂ ਤੁਹਾਨੂੰ ਕੀ ਦੱਸਾਂ ਸਰ, ਉਹ 35 ਦੇ ਅਰਾਊਂਡ ਹੋਣਗੇ। ਬਿਲਕੁਲ ਅੱਛਾ ਨਹੀਂ ਲੱਗ ਰਿਹਾ ਸੀ ਸਰ। ਉਹ ਯੰਗ ਵਨਸ ਦੇ ਨਾਲ ਉੱਥੇ ਧਰਨੇ 'ਚ ਸੀਗੇ ਹਨਾ, ਤੇ ਉਹ ਕਹਿੰਦੇ ਤੁਸੀਂ ਕੀ ਕਰ ਲਓਗੇ? ਸਾਨੂੰ ਕਹਿੰਦੇ ਜਦ ਸਾਡਾ ਕੁਝ ਨਹੀਂ ਬਣਿਆ, ਕ੍ਰਾਈਟੇਰੀਆ ਐਲੀਜੀਬਿਲਟੀ ਸਾਰਾ ਕੁਝ ਸਾਡੇ ਕੋਲ ਹੈਗਾ, ਜਦ ਸਾਡਾ ਕੁਝ ਨਹੀਂ ਬਣ ਰਿਹਾ ਤਾਂ ਤੁਹਾਡਾ ਆਉਣ ਵਾਲਾ ਟਾਈਮ ਕਿਵੇਂ ਦਾ ਹੋਏਗਾ ਸਰ? ਤਾਂ ਜਿਹੜੇ ਐਲੀਜੀਬਲ ਨੇ ਉਹ ਸਰਵਾਈਵ ਕਰ ਰਹੇ ਨਹੀਂ ਪਾ ਰਹੇ ਕਿਉਂਕਿ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ। ਹਾਂਜੀ ਤਾਂ ਜਿਹੜੇ ਹਾਲੇ ਐਲੀਜੀਬਲ ਨਹੀਂ ਹੈ, ਜਿਹੜੇ ਫਾਈਟ ਕਰ ਰਹੇ ਤੁਹਾਡੇ ਵਰਗੇ, ਉਹਨਾਂ ਦਾ ਭਵਿੱਖ ਕੀ ਹੋਊਗਾ? ਹਾਂਜੀ ਸਰ, ਇਸ ਲਈ ਮੈਂ ਅੱਜ ਇੱਥੇ ਆਈ ਹਾਂ। ਚਾਹੇ ਮੇਰੀ ਐਲੀਜੀਬਿਲਟੀ ਨਹੀਂ ਬਣਦੀ ਹੈਗੀ, ਪਰ ਸਰ ਮੈਨੂੰ ਪਤਾ ਕਿ ਆਉਣ ਵਾਲਾ ਟਾਈਮ ਇਸ ਤੋਂ ਵੀ ਕਿਤੇ ਜ਼ਿਆਦਾ ਖਰਾਬ ਹੋਊਗਾ ਜੇ ਅਸੀਂ ਅੱਜ ਨਹੀਂ ਆਵਾਜ਼ ਚੱਕਾਂਗੇ ਇਹਦੇ ਖਿਲਾਫ। ਪਰ ਕੀ ਜੇ ਸਰਕਾਰ ਟੈਸਟ ਹੀ ਨਹੀਂ ਕੰਡਕਟ ਕਰ ਰਹੀ ਤਾਂ ਜਿਹੜੇ ਜਿਵੇਂ ਜਿਵੇਂ ਉਮਰ ਵੀ ਲੰਘ ਰਹੀ ਹੈ, ਕੀ ਉਹਨਾਂ ਦੀ ਓਪਰਚੁਨਿਟੀ ਜਾ ਨਹੀਂ ਰਹੀ? ਉਹਨਾਂ ਨੂੰ ਤਾਂ ਇਕੁਅਲ ਓਪਰਚੁਨਿਟੀ ਨਹੀਂ ਮਿਲੀ ਕਿ ਵਕਤ ਲੰਘ ਗਿਆ ਉਹਨਾਂ ਦਾ, ਤੇ ਉਹ ਹੋ ਸਕਦਾ ਸਰਕਾਰ 2 ਸਾਲ ਹੋਰ 3 ਸਾਲ ਹੋਰ ਲਿਟੀਗੇਸ਼ਨਾਂ 'ਚ ਪਈ ਰਵੇ, ਟੈਸਟ ਹੀ ਨਾ ਕੰਡਕਟ ਕਰੇ। ਹਾਂਜੀ ਸਰ, ਇਹ ਗੱਲ ਤਾਂ ਜ਼ਰੂਰ ਹੈ ਸਰ। ਉਹਨਾਂ ਨੂੰ ਇਕੁਅਲ ਓਪਰਚੁਨਿਟੀ ਨਹੀਂ ਮਿਲੀ, ਉਹ ਵਿਚਾਰੇ ਕੀ ਕਰਨਗੇ ਸਰ? ਅੱਜ ਉਹਨਾਂ ਦੀ ਅਗਰ ਇੰਨੀ ਏਜ ਹੈ, ਉਹਨਾਂ ਦੀ ਨੈਚੁਰਲੀ ਹੈ, ਮੈਰਿਜ ਹੋ ਚੁੱਕੀ ਹੈ, ਬੱਚੇ ਹੈਗੇ ਆ, ਫੈਮਲੀਜ਼ ਹੈਗੀਆਂ, ਉਹਨਾਂ ਨੇ ਹੀ ਕਮਾ ਕੇ ਦੇਣਾ ਉਹਨਾਂ ਨੂੰ, ਤਾਂ ਸਰ ਉਹਦੇ ਨਾਲ ਪਰਿਵਾਰ ਵੀ ਸਰਵਾਈਵ ਕਰ ਰਿਹਾ ਕਿਤੇ ਨਾ ਕਿਤੇ। ਔਰ ਤੁਸੀਂ ਬੜੀ ਕਮਾਲ ਗੱਲ ਉਦੋਂ ਕਰ ਰਹੇ ਸੀ ਕਿ ਜੇ ਅਸੀਂ ਟੈਸਟ ਦੇ ਰਹੇ ਹਾਂ, ਇੰਨੇ ਧੱਕੇ ਖਾ ਰਹੇ ਹਾਂ, ਤਾਂ ਪੋਲੀਟੀਸ਼ੀਅਨ ਕਿਉਂ ਨਹੀਂ? ਹਾਂਜੀ ਸਰ, ਮੇਰਾ ਨਾ ਇੱਕ ਕੁਐਸਚਨ ਹੈ। ਮੈਂ ਬਹੁਤ ਟਾਈਮ ਤੋਂ ਸੋਚਦੀ ਸੀ ਕਿ ਮੈਨੂੰ ਕੋਈ ਪਲੇਟਫਾਰਮ ਮਿਲੇ ਜਿੱਥੇ ਮੈਂ ਗੱਲ ਕਰ ਸਕਾਂ ਕਿ ਅਗਰ ਹਰ ਪ੍ਰੋਫੈਸ਼ਨ ਲਈ ਤੁਸੀਂ ਐਲੀਜੀਬਿਲਟੀ ਰੱਖਤੀ, ਰਿਟਨ ਟੈਸਟ ਰੱਖਤੇ, ਫਿਜ਼ੀਕਲ ਰਿਕੁਆਇਰਮੈਂਟ ਮੰਗਦੇ ਹੋ, ਫੀਸ ਵੀ ਸਾਡੇ ਤੋਂ ਭਰਵਾਈ ਜਾਂਦੀ ਹੈ ਹਨਾ ਸਰ, ਸਭ ਕੁਝ ਕਰਾਇਆ ਜਾਂਦਾ ਸਰ, ਵਾਈ ਨਾਟ ਸੀਐਮ, ਮਿਨਿਸਟਰਸ, ਪਾਰਲੀਮੈਂਟ, ਰਾਜ ਸਭਾ, ਸਭ ਦੀ ਸੀਟਸ ਵਾਸਤੇ ਇੱਕ ਰਿਟਨ ਟੈਸਟ ਕੰਡਕਟ ਕਰਾਉਣਾ ਚਾਹੀਦਾ ਸਰ? ਕਿਉਂ? ਉਹਨਾਂ ਨੇ ਜਦ ਕਿ ਦੇਸ਼ ਨੂੰ ਲੀਡ ਕਰਨਾ ਹੈ ਹਨਾ, ਦੇਸ਼ ਨੂੰ ਲੀਡ ਕਰਨ ਵਾਲੇ ਕੀ ਸਰ ਐਵੇਂ ਹੀ ਚਲੇ ਜਾਣਗੇ ਸਿਰਫ ਇੱਕ ਵੋਟ ਦੇ ਇਲੈਕਸ਼ਨ? ਅਨਪੜ੍ਹ ਬੰਦੇ ਜਾ ਕੇ ਹਾਂਜੀ ਸਰ ਸਾਨੂੰ ਲੀਡ ਕਰ ਰਹੇ ਆ, ਸਾਡੇ ਦੇਸ਼ ਉਹ ਚਲਾ ਰਹੇ ਨੇ। ਜਦ ਕਿ ਉਹਨਾਂ ਨੂੰ ਪੁੱਛੇ ਤੁਹਾਨੂੰ ਗਰਾਊਂਡ ਲੈਵਲ ਤੇ ਸਾਰੀ ਗੱਲਾਂ ਪਤਾ ਨੇ, ਐਜੂਕੇਸ਼ਨ ਨਾਲ ਤੁਹਾਡਾ ਵਾਹ ਨਹੀਂ ਹੈਗਾ ਕਿਉਂਕਿ ਤੁਸੀਂ ਪੜ੍ਹੇ ਹੀ ਨਹੀਂ ਹੈਗੇ, ਫਿਰ ਤੁਹਾਨੂੰ ਸਾਰੀਆਂ ਚੀਜ਼ਾਂ ਪਤਾ ਹੀ ਨਹੀਂ ਕੀ ਪ੍ਰੋਬਲਮਸ ਨੇ। ਕਿਹੜੀਆਂ ਹਾਰਡਸ਼ਿਪਸ ਚੋਂ ਹੋ ਕੇ ਨਿਕਲੇ ਹੋ ਤੁਸੀਂ ਜ਼ਿੰਦਗੀ? ਮੈਂ ਚਾਹੁੰਦਾ ਪਰਸਨਲੀ ਵੀ ਦੱਸੋ। ਹਾਂਜੀ ਸਰ, ਮੈਂ ਤੁਸੀਂ ਪਰਿਵਾਰਕ ਤੌਰ ਤੇ ਵੀ ਪੜ੍ਹਾਈ ਕੀਤੀ ਜਾਂ ਕਾਲਜ ਗਏ ਜਦੋਂ, ਤਾਂ ਅੱਜ ਜਿੱਥੇ ਖੜੇ ਹੋ ਜ਼ਿੰਦਗੀ 'ਚ ਕਿਹੜੀਆਂ ਹਾਰਡਸ਼ਿਪਸ ਸੀਗੀਆਂ ਉਹ?
ਹਾਂਜੀ ਸਰ, ਜਦ ਤੱਕ +2 ਤੱਕ ਸਕੂਲ 'ਚ ਸੀਗੇ ਨਾ, ਲਾਈਫ ਬੜੀ ਅੱਛੀ ਜੀ ਲੱਗਦੀ ਸੀ ਕਿ ਹਾਂ ਪੜ੍ਹ ਲਾਂਗੇ, ਨੌਕਰੀ ਲੈ ਲਾਂਗੇ। ਪਰ ਜਦੋਂ ਗ੍ਰੈਜੂਏਸ਼ਨ 'ਚ ਗਏ ਹੈ ਨਾ ਸਰ, ਪਤਾ ਲੱਗਿਆ ਕਿੰਨੀ ਡਿਫਿਕਲਟੀਜ਼ ਹੈ, ਕਿੰਨਾ ਕੰਪੀਟੀਸ਼ਨ ਹੈ ਅੱਗੇ ਜਾ ਕੇ, ਕੀ ਤੁਹਾਨੂੰ ਕਰਨਾ ਪਏਗਾ। ਪਹਿਲੀ ਗੱਲ ਤਾਂ ਸਰ ਜਿਹੜੀਆਂ ਕੋਰਸ ਨੇ, ਡਿਪਲੋਮੇ, ਐਜੂਕੇਸ਼ਨ ਆ, ਉਹਨਾਂ ਦੀ ਫੀਸ ਹੀ ਇੰਨੀ ਜ਼ਿਆਦਾ ਹੈਗੀ ਹੈ ਕਿ ਅਸੀਂ ਦੇ ਹੀ ਨਹੀਂ ਸਕਦੇ ਸਰ। ਐਕਚੁਅਲੀ ਸਰ ਮੇਰੇ ਪੇਰੈਂਟਸ ਦੇ ਵਿੱਚੋਂ ਮੇਰੇ ਸਿਰਫ ਮਦਰ ਨੇ ਜੋ ਇਕਨੋਮਿਕਲੀ ਸਾਡੇ ਘਰ ਨੂੰ ਚਲਾਉਂਦੇ ਆ, ਤੇ ਸਰ ਉਹਨਾਂ ਨੇ ਮਤਲਬ ਆਪਣੀ ਸਾਰੀ ਲਾਈਫ ਸਾਨੂੰ ਪੜ੍ਹਾਉਣ ਤੇ ਲਗਾਈ ਹੈ। ਔਰ ਸਰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਉਹਨਾਂ ਨੂੰ ਕਹਿਣ ਦੀ ਕਿ ਮੇਰੀ ਫੀਸ ਭਰੋ ਤੁਸੀਂ। ਔਰ ਮੈਂ ਸਰ ਸਾਰਾ ਦਿਨ ਟਿਊਸ਼ਨਸ ਪੜ੍ਹਾਉਂਦੀ ਹਾਂ, ਉਸ ਤੋਂ ਬਾਅਦ ਮੈंने ਆਪਣੀ ਫੀਸ ਕੰਡਕਟ ਕਰਕੇ ਆਪਣੀ ਫੀਸ ਸਬਮਿਟ ਕੀਤੀ ਹੈ ਟਾਈਮ ਤੋਂ ਪਹਿਲਾਂ, ਕਿਉਂਕਿ ਸਰ ਅਗਰ ਫੀਸ ਵੀ ਲੇਟ ਹੋਏਗੀ ਨੈਚੁਰਲੀ ਹੈ ਸਾਨੂੰ ਫਾਈਨ ਲੱਗੇਗਾ। ਪਹਿਲੀ ਗੱਲ ਤਾਂ ਫੀਸ ਨਹੀਂ ਦਿੱਤੀ ਜਾ ਰਹੀ, ਫਿਰ ਫਾਈਨ ਤਾਂ ਕਿੱਥੋਂ ਭਰਾਂਗੇ ਅਸੀਂ। ਮਹਿਸੂਸ ਹੁੰਦਾ ਹੈ ਕਿ ਮਦਰ ਜ਼ਾਹਿਰ ਜੀ ਗੱਲ ਹੈ ਕਮਾ ਕੇ ਲਿਆਉਂਦੇ ਆ ਜਦੋਂ, ਔਰ ਜਦੋਂ ਪੈਸਾ ਕਈ ਵਾਰੀ ਬੰਦੇ ਨੂੰ ਲੱਗਦਾ ਕਿ ਤਾਂ ਵੇਸਟ ਹੋ ਰਿਹਾ ਮੇਰਾ, ਇੰਨੀ ਮਿਹਨਤ ਉਹਨਾਂ ਦੀ ਜ਼ਿੰਦਗੀ ਦੀ। ਸਰ ਦੇਖੋ ਜਦੋਂ ਨਾ ਆਪਾਂ ਕਮਾਉਣ ਲੱਗ ਜਾਂਦੇ ਹੁੰਦੇ ਆ, ਬਿਲਕੁਲ ਦਿਲ ਨਹੀਂ ਕਰਦਾ ਆਪਣੇ ਘਰਦਿਆਂ ਨੂੰ ਕਹਿਣ ਦਾ ਕਿ ਮੇਰੀ ਫੀਸ ਭਰ ਦਿਓ ਹੈ ਨਾ, ਜਾਂ ਮੈਨੂੰ ਇਹ ਚੀਜ਼ ਚਾਹੀਦੀ ਹੈ, ਕਿਉਂਕਿ ਸਰ ਪਤਾ ਹੈ ਘਰ ਦਾ ਖਰਚਾ ਉਹ ਦੇਖ ਰਹੇ ਆ ਸਾਰਾ, ਤਾਂ ਸਾਡੀ ਐਵੇਂ ਦੀ ਚੀਜ਼ਾਂ ਕਿਵੇਂ ਪੂਰੀਆਂ ਕਰ ਸਕਦੇ ਨੇ। ਈਵਨ ਸਰ ਮੈਂ ਗ੍ਰੈਜੂਏਸ਼ਨ ਦੇ 2nd ਈਅਰ ਤੋਂ B.Ed ਦੇ 2nd ਈਅਰ ਤੱਕ ਆਪਣੀ ਫੀਸ ਆਪ ਭਰੀ ਹੈ, ਚਾਹੇ ਮੈंने ਟਿਊਸ਼ਨਸ ਦੀ 10-10 ਮਹੀਨੇ ਦੀ ਫੀਸ ਇਕੱਠੀ ਲੈ ਕੇ ਸਰ ਉਹਨਾਂ ਨੂੰ ਕਿਹਾ ਕਿ 10 ਮਹੀਨੇ ਮੈਂ ਫੀਸ ਨਹੀਂ ਲਊਂਗੀ, ਫਿਰ ਪੜ੍ਹਾਈ ਕੀਤੀ। ਹਾਂਜੀ ਸਰ। ਸਰ ਉਹ ਤੋਂ ਬਾਅਦ ਵੀ ਅਗਰ ਐਵੇਂ ਦਾ ਸਟਰਗਲ ਹੈ ਤਾਂ ਸਰ ਮੈਂ ਇਹ ਮੰਨੂੰਗੀ ਕਿ ਕਿਸੇ ਨੂੰ ਵੀ ਕਿਸੇ ਵੀ ਪ੍ਰੋਫੈਸ਼ਨ 'ਚ ਜਾ ਕੇ ਅੱਗੇ ਪੜ੍ਹਾਈ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਸਾਡਾ ਕੁਝ ਬਣਨਾ ਹੀ ਨਹੀਂ ਹੈਗਾ। ਸਰ ਮੈਂ ਕਹੂੰਗੀ ਅਗਰ ਮੈਂ ਕੱਲ੍ਹ ਨੂੰ ਟੀਚਰ ਬਣੂੰਗੀ ਤਾਂ ਮੈਂ ਬੱਚਿਆਂ ਨੂੰ ਜ਼ਰੂਰ ਸਿਖਾਊਂਗੀ ਕਿ ਅਗਰ ਤੁਹਾਨੂੰ ਤੁਹਾਡਾ ਰਾਈਟ ਨਹੀਂ ਮਿਲ ਰਿਹਾ ਨਾ ਤਾਂ ਤੁਸੀਂ ਉਹਦੇ ਖਿਲਾਫ ਜ਼ਰੂਰ ਖੜੇ ਹੋਣਾ, ਕਿਉਂਕਿ ਜਦ ਤੱਕ ਅਸੀਂ ਖੜੇ ਨਹੀਂ ਹੁੰਦੇ ਨਾ ਤਦ ਤੱਕ ਸਰ ਉਹਨੂੰ ਗਰਾਊਂਡ ਲੈਵਲ ਦੀ ਪ੍ਰੋਬਲਮਸ ਦਾ ਪਤਾ ਨਹੀਂ ਲੱਗਦਾ ਹੈਗਾ। ਬਿਲਕੁਲ, ਕਈ ਵਾਰੀ ਅਸੀਂ ਆਪਣੇ ਮਾਪਿਓ ਨੂੰ ਬਹੁਤ ਪਿਆਰ ਨਾਲ ਹੱਕ ਕਰਕੇ ਜਾਂ ਉਹਨਾਂ ਦੇ ਨਾਲ ਖੜ ਕੇ ਕਹਿੰਦੇ ਆ ਕਿ ਹੁਣ ਮੈਂ ਜਵਾਨ ਹੋ ਗਿਆ, ਹੁਣ ਮੈਂ ਕਮਾਊਂਗਾ ਤੇ ਤੇਰੇ ਦੁੱਖ ਤਕਲੀਫਾਂ ਦੂਰ ਕਰੂੰਗਾ। ਹਾਂਜੀ ਸਰ। ਤਾਂ ਜੇ ਨੌਕਰੀ ਨਹੀਂ ਹੈ ਤਾਂ ਤੁਹਾਡੇ ਤੋਂ ਤਾਂ ਉਹ ਓਪਰਚੁਨਿਟੀ ਖੋਲੀ ਸਰਕਾਰ ਨੇ। ਹਾਂਜੀ ਸਰ। ਈਵਨ ਸਰ ਮੈਂ ਮਤਲਬ ਅਸੀਂ 4 ਬ੍ਰਦਰ ਸਿਸਟਰਸ ਹਾਂ ਸਰ। ਮੇਰੇ ਮਦਰ ਨੇ 2005 ਆਫਟਰ ਮਾਈ ਫਾਦਰ ਸਰ ਉਹਨਾਂ ਨੇ ਹੀ ਸਾਡਾ ਇਕਨੋਮਿਕਲੀ ਖਰਚਾ ਸਾਨੂੰ ਪੜ੍ਹਾਇਆ ਵੀ ਉਹਨਾਂ ਨੇ ਹੀ ਹੈ। ਔਰ ਸਰ ਅੱਜ ਉਹਨਾਂ ਨੂੰ ਨਾ ਸਿਰਫ ਉਮੀਦਾਂ ਮੇਰੇ ਤੋਂ ਹੈ ਮੇਰੇ ਘਰ 'ਚ, ਕਿਉਂਕਿ ਸਰ ਜਿਨ੍ਹਾਂ ਨੇ ਜਿੰਨੀ ਐਜੂਕੇਸ਼ਨ ਕੀਤੀ ਉਸ ਹਿਸਾਬ ਨਾਲ ਉਹ ਵਿਚਾਰੇ ਜੋਬ ਕਰ ਰਹੇ ਆ ਹੈ ਨਾ, ਜਿੰਨੀ ਵੀ ਹੈਗੀ ਆ, ਅਤੇ ਸਰ ਉਹਨਾਂ ਨੂੰ ਮੇਰੇ ਤੋਂ ਬਹੁਤ ਉਮੀਦਾਂ ਨੇ। ਈਵਨ ਮੈਂ ਵੀ ਇਹ ਕਹਿੰਦੀ ਹਾਂ ਕਿ ਅਗਰ ਮੈਂ ਪੜ੍ਹਾਈ 'ਚ ਅੱਛੀ ਹਾਂ ਤਾਂ ਮੰਮਾ ਮੈਂ ਜ਼ਰੂਰ ਕੁਝ ਕਰਕੇ ਦਿਖਾਊਂਗੀ, ਤੇ ਜਿਹੜਾ ਆਪਣਾ ਘਰ ਲੈਣ ਦਾ ਸੁਪਨਾ ਵੀ ਉਹ ਮੈਂ ਪੂਰਾ ਕਰੂੰਗੀ। ਤੇ ਮੈਂ ਕਹਿੰਦੀ ਹਾਂ ਹਾਂਜੀ ਸਰ, ਤੇ ਮੈਂ ਕਹਿੰਦੀ ਹਾਂ ਕਿ ਜਿਹੜਾ ਘਰ ਹੋਏਗਾ ਨਾ ਮੈਂ ਤੁਹਾਡੇ ਨਾਮ ਕਰਾਊਂਗੀ ਸਰ। ਉਹਨਾਂ ਨੂੰ ਸਿਰਫ ਇੰਨੀ ਕੀ ਇੱਛਾ ਹੈ ਕਿ ਕੱਲ੍ਹ ਨੂੰ ਸਾਡੇ ਘਰ ਦੀ ਛੱਤ ਆਪਣੇ ਨਾਮ ਹੋਵੇ। ਸਰ ਅੱਜ ਅਸੀਂ ਰੈਂਟ ਵਾਲੇ ਹਾਊਸ 'ਤੇ ਹਾਂ ਕਾਫੀ ਸਾਲਾਂ ਤੋਂ। ਔਰ ਜਿਹੜੀ ਟਿਊਸ਼ਨਸ ਪੜ੍ਹਾਉਂਦੇ ਹੋ ਉਹਦੇ ਸਿਰ ਤੇ ਸਾਰਾ ਕੁਝ ਤੁਸੀਂ ਆਪਣੇ ਦਮ ਤੇ ਕੀਤਾ? ਹਾਂਜੀ, ਅੱਜ ਤੱਕ ਸਰ ਜੋ ਮੇਰਾ ਖਰਚਾ, ਜੋ ਮੇਰੀ ਐਜੂਕੇਸ਼ਨ, ਮੈਂ ਅਗਰ ਕੰਪੀਟੀਟਿਵ ਐਗਜ਼ਾਮ ਦੀ ਕੋਈ ਫੀਸ ਭਰੀ ਹੈ ਜਾਂ ਮੈਂ ਕੋਚਿੰਗ ਇੰਸਟੀਟਿਊਟ ਦੀ ਫੀਸ ਦੇ ਰਹੀ ਹਾਂ, ਸਿਰਫ ਉਹ ਸਰ ਮੈਂ ਆਪਣੀ ਟਿਊਸ਼ਨ ਦੇ ਬਲਬੂਤੇ ਦੇ ਰਹੀ ਹਾਂ। ਮੈਂ ਆਪਣੇ ਪੇਰੈਂਟਸ ਤੋਂ ਨਹੀਂ ਮੰਗ ਸਕਦੀ, ਕਿਉਂਕਿ ਮੈਨੂੰ ਪਤਾ ਹੈ ਕਿ ਸਰ ਉਹ ਬਹੁਤ ਜ਼ਿਆਦਾ ਖਰਚਾ ਹੈ ਜਿਹੜਾ ਘਰ ਦਾ ਦੇ ਰਹੇ ਆ। ਬਿਜਲੀ ਦੇ ਬਿੱਲ ਹੋ ਗਏ ਸਰ, ਕਿਰਾਇਆ ਹੋ ਗਿਆ ਸਰ, ਹੈ ਨਾ, ਪਾਣੀ ਦਾ ਬਿੱਲ, ਉਹ ਸਭ ਕੁਝ ਉਹ ਦੇ ਰਹੇ ਆ, ਰਾਸ਼ਨ ਤੱਕ ਉਹ ਦੇ ਰਹੇ ਆ, ਹੈ ਨਾ ਸਰ। ਕਦੇ ਗੁੱਸਾ ਨਹੀਂ ਆਇਆ ਕਿ ਇੰਨਾ ਕੁਝ ਹੋਣ ਤੋਂ ਬਾਅਦ ਤੁਹਾਡੇ ਕੋਲੇ ਓਪਰਚੁਨਿਟੀ ਨਹੀਂ ਹੈ? ਤੁਸੀਂ ਰਿਜ਼ਰਵੇਸ਼ਨ ਦੇ ਵੀ ਮੇਰੇ ਖਿਆਲ ਖਿਲਾਫ ਹੋ। ਹਾਂਜੀ ਸਰ, ਮੈਂ ਰਿਜ਼ਰਵੇਸ਼ਨ ਦੇ ਖਿਲਾਫ ਹਾਂ, ਕਿਉਂਕਿ ਸਰ ਅਸੀਂ ਇੱਕ ਤਾਂ ਦੇਖੋ ਇਕਨੋਮਿਕਲੀ ਇੰਨੇ ਡਾਊਨ ਆ, ਪਲੱਸ ਸਾਡਾ ਕਸੂਰ ਕਿ ਅਸੀਂ ਜਨਰਲ ਕੈਟਾਗਰੀ 'ਚ ਹੈਗੇ ਆ, ਹੈ ਨਾ ਸਰ। ਤੇ ਹੁਣ ਦੇਖੋ ਸਰ ਇਹ ਤਾਂ ਬਾਏ ਬਰਥ ਹੈ, ਇਹਦੇ 'ਚ ਸਾਡਾ ਤਾਂ ਕੀ ਹੱਕ ਹੈ ਨਾ ਕਿ ਅਸੀਂ ਜਰਨਲ ਐਸੀ ਚੂਜ਼ ਕਰਨਾ ਸੀਗਾ। ਉੱਤੋਂ ਦੀ ਸਰ ਆਉਣ ਵਾਲੀ ਗਵਰਨਮੈਂਟ ਨੇ ਪਾਲਿਸੀਆਂ ਐਵੇਂ ਦੀਆਂ ਬਣਾਈਆਂ ਹੋਈਆਂ ਨੇ ਕਿ ਹੈ ਨਾ ਜਿਹੜੇ ਐਸੀ ਕੈਟਾਗਰੀ ਹੋਣਗੇ ਜਾਂ ਬੈਕਵਰਡ ਏਰੀਆ ਤੋਂ ਨੇ, ਹੈ ਨਾ ਸਰ, ਉਹ ਸਿਰਫ ਐਗਜ਼ਾਮ ਦੇ ਵਿੱਚ 60 ਜਾਂ 50% ਅਚੀਵ ਕਰਕੇ ਉਹ ਜੋਬ ਲੈਣਗੇ, ਜਿਹਦੇ ਲਈ ਸਾਨੂੰ 90 ਜਾਂ 100% ਲੈਣੇ ਹੋਣਗੇ। ਸਰ ਕਿਤੇ ਨਾ ਕਿਤੇ ਸਾਈਕੀ ਬੜੀ ਮੈਟਰ ਕਰਦੀ ਹੈ ਕਿ ਨਹੀਂ ਯਾਰ ਉਹਨਾਂ ਦਾ 60 ਲੈ ਕੇ ਵੀ ਚੱਲ ਜੂਗਾ, ਪਰ ਸਾਨੂੰ ਉਹ ਤੋਂ ਜ਼ਿਆਦਾ ਲੈਣਾ ਹੈ, ਜਦ ਕਿ ਅਸੀਂ ਇਕੁਅਲ ਟੀਚਰ ਤੋਂ ਪੜ੍ਹੇ ਹੋਵਾਂਗੇ। ਤੁਹਾਨੂੰ ਲੱਗਦਾ ਕਿ ਇਹ ਵੀ ਆਰਥਿਕਤਾ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਕਿ ਜਿਹਦੇ ਕੋਲੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਦਰ ਕਮਾਉਣ ਵਾਲੇ ਨੇ, ਰੈਂਟ ਤੇ ਘਰ ਹੈ, ਵਸੀਲੇ ਨਹੀਂ ਸੀਗੇ, ਤਾਂ ਤੁਸੀਂ ਡਿਜ਼ਰਵ ਕਰਦੇ ਸੀਗੇ ਕਿ ਤੁਹਾਨੂੰ ਪ੍ਰਿਵਿਲੇਜ ਮਿਲੇ। ਹਾਂਜੀ ਸਰ। ਜਾਂ ਅਸੀਂ ਦੇਖਿਆ ਕਿ ਬਹੁਤ ਸਾਰੇ ਅਮੀਰ ਹੋਏ ਵੀ ਜਿਹੜੇ ਸ਼ਡਿਊਲ ਕਾਸਟ ਨੇ ਜਾਂ ਹੋਰ ਨੇ, ਤੁਹਾਨੂੰ ਲੱਗਦਾ ਹੈ, ਹਾਲਾਂਕਿ ਡਿਬੇਟੇਬਲ ਇਸ਼ੂ ਹੈ, ਬਹੁਤ ਵੱਡਾ ਡਿਬੇਟ ਹੁੰਦੀ ਹੈ। ਇਹ ਗੱਲ ਹੈ, ਮੇਰਾ ਹਮੇਸ਼ਾ ਦਿਲ ਕਰਦਾ ਸੀ ਕਿ ਮੈਂ ਇਸ ਚੀਜ਼ ਬਾਰੇ, ਰਿਜ਼ਰਵੇਸ਼ਨ ਬਾਰੇ ਲੈ ਕੇ ਬੋਲਾਂ। ਐਟਲੀਸਟ ਜਿਹੜਾ ਬੰਦਾ ਐਲੀਜੀਬਲ ਹੈ ਤੁਸੀਂ ਉਹਨੂੰ ਪਰਫਾਰਮ ਕਰਨ ਦਿਓ, ਤੁਸੀਂ ਉਹਨੂੰ ਜੋਬ ਲੈਣ ਦਿਓ ਨਾ, ਸਿਰਫ ਇਸ ਬਿਹਾਫ ਤੇ ਕਿ ਉਹ ਕਿਸ ਕੈਟਾਗਰੀ ਤੋਂ ਹੈ।
ਤੇ ਉਹਦਾ ਇਕਨੋਮਿਕਲੀ ਤਾਂ ਤੁਸੀਂ ਪੁੱਛਦੇ ਹੀ ਨਹੀਂ ਕਿਸੇ ਨੂੰ, ਹਨਾ, ਕਿ ਕੀ ਇਸ਼ੂ ਹੈ, ਕਿੱਥੋਂ ਆਏ ਨੇ। ਹੁਣ ਸਰ ਜ਼ਰੂਰ ਹੈ ਕਿ 2019 ਦੇ ਵਿੱਚ ਐਕਟ ਪਾਸ ਹੋਇਆ ਇਕਨੋਮਿਕਲੀ ਵੀਕਰ ਸੈਕਸ਼ਨ ਦਾ, ਹਨਾ, ਜਿਹਦੇ ਤੇ ਚਲੋ 10% ਤੋਂ ਛੂਟ ਹੈ, ਬਟ ਉਹ ਵੀ ਸਰ ਦੇਖੋ ਕਿੱਥੇ ਜਾ ਕੇ। ਸਰ ਮੇਰਾ ਇੱਕ ਕੁਐਸਚਨ ਹੋਰ ਹੈ ਕਿ ਕਨਸਟੀਟਿਊਸ਼ਨ ਦਾ ਪ੍ਰੈਂਬਲ ਕਹਿੰਦਾ ਇਕੁਐਲਿਟੀ ਬਾਰੇ, ਹਨਾ, ਸਰ ਆਪਣੀ ਰਾਈਟਸ ਡਿਊਟੀਜ਼ ਵੀ ਕਹਿੰਦੇ ਆ ਇਕੁਐਲਿਟੀ ਬਾਰੇ, ਬਟ ਸਕੂਲ ਐਸੀ ਜਗ੍ਹਾ ਜਿੱਥੇ ਸਿਖਾਇਆ ਜਾਂਦਾ ਕਿ ਇਕੁਐਲਿਟੀ ਕਰਨੀ ਚਾਹੀਦੀ ਹੈ, ਬਟ ਇਕੁਐਲਿਟੀ ਤਾਂ ਸਿਸਟਮ 'ਚ ਹੀ ਨਹੀਂ ਹੈਗੀ ਸਰ। ਫਿਰ ਅਸੀਂ ਆਪਸ 'ਚ ਇਕੁਐਲਿਟੀ ਕਿਵੇਂ ਰੱਖ ਲਾਂਗੇ? ਬਿਲਕੁਲ, ਕਿਉਂਕਿ ਸਰ ਦੇਖੋ 8th ਤੱਕ ਚਲੋ ਮੰਨਦੇ ਕੰਪਲਸਰੀ ਐਜੂਕੇਸ਼ਨ ਆ, ਸਾਰਿਆਂ ਨੂੰ ਸਭ ਕੁਝ ਮਿਲੇਗਾ, ਬਟ ਆਫਟਰ 9th ਸਰ ਜਦੋਂ ਆਪਾਂ 8th ਕਰ ਲਈ 9th ਦੇ ਵਿੱਚ ਜਾਂਦੇ ਆ, ਸਿਰਫ ਬਿਹਾਫ ਆਫ ਦਾ ਕੈਟਾਗਰੀ ਸਰ ਬੁੱਕਸ ਐਸਸੀ ਕੈਟਾਗਰੀ ਨੂੰ ਪ੍ਰੋਵਾਈਡਸ ਕਰਦੇ ਆ, ਜਨਰਲ ਕੈਟਾਗਰੀ ਆਪ ਲਏਗੀ ਸਰ ਬੁੱਕਸ। ਤੇ ਸਰ ਜਿਹੜੀ ਸਕਾਲਰਸ਼ਿਪ ਹੈ, ਜਿਨ੍ਹਾਂ ਨੇ ਫੀਸ ਨਹੀਂ ਭਰੀ ਸਕਾਲਰਸ਼ਿਪ ਵੀ ਐਸਸੀ ਕੈਟਾਗਰੀ ਨੂੰ, ਤੇ ਜਿਨ੍ਹਾਂ ਨੇ ਫੀਸ ਭਰੀ ਆ ਉਹਨਾਂ ਵਾਸਤੇ ਤਾਂ ਪ੍ਰੋਵੀਜ਼ਨ ਹੈ ਹੀ ਨਹੀਂ ਸਕਾਲਰਸ਼ਿਪ ਦੀ। ਬਿਲਕੁਲ। ਮੈਂ ਚਾਹੁੰਦਾ ਰਜਨੀ ਨੂੰ ਦੁਬਾਰਾ ਤੁਸੀਂ ਮਾਈਕ ਦਿਓ, ਤੁਹਾਨੂੰ ਦੇਖ ਕੇ ਤੁਸੀਂ ਜਜ਼ਬਾਤੀ ਹੋ ਰਹੇ ਸੀਗੇ। ਸਰ ਐਕਚੁਅਲੀ ਮੈਨੂੰ ਐਵੇਂ ਸੀਗਾ ਕਿ ਇੰਨੇ ਜ਼ਿਆਦਾ ਔਖੇ ਟਾਈਮ 'ਚੋਂ ਲੰਘ ਕੇ ਵੀ ਫਿਰ ਵੀ ਇੰਨਾ ਜ਼ਿਆਦਾ ਸਟਰਗਲ ਕਰਨਾ ਪੈ ਰਿਹਾ। ਪਹਿਲਾਂ ਤਾਂ ਆਪਣੀ ਲਾਈਫ ਨੂੰ ਲੈ ਕੇ ਇੰਨਾ ਜ਼ਿਆਦਾ ਸਟਰਗਲ ਕਰਦੇ ਹਾਂ ਕਿ ਅਸੀਂ ਆਪਣੇ ਬਹੁਤ ਜ਼ਿਆਦਾ ਕਲੋਜ਼ ਪਾਰਟ ਨੂੰ ਖੋ ਦਿੰਦੇ ਹਾਂ, ਕਿ ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਅੱਗੇ ਤੱਕ ਚੱਲਣੀ ਹੈ, ਉਹਨਾਂ ਨਾਲ ਰਹਿ ਕੇ ਵੀ ਸਾਨੂੰ ਦੁੱਖ ਦਾ ਦੁੱਖ ਪਤਾ ਨਹੀਂ ਲੱਗਦਾ। ਇੱਕ ਉਹ ਦੁੱਖ ਅਤੇ ਇੱਕ ਇਹ ਸਰਕਾਰਾਂ ਸਾਨੂੰ ਦੇ ਦਿੰਦੀਆਂ ਜਿਹਦੇ ਨਾਲ ਅਸੀਂ ਆਪਣੇ ਅਗਲੀ ਜ਼ਿੰਦਗੀ ਦਾ ਵੀ ਸਟਰਗਲ ਨਾਲ ਨਾਲ ਚਲਾਉਣਾ ਪੈਂਦਾ। ਦੋ ਚੀਜ਼ਾਂ ਨੂੰ ਕੰਪੇਅਰ ਕਰਕੇ ਫਿਰ ਜਾ ਕੇ ਜਦੋਂ ਧਰਨਿਆਂ 'ਤੇ ਬਹਿੰਦੇ ਹਾਂ, ਫਿਰ ਉਦੋਂ ਉਹ ਮਤਲਬ ਡਾਂਗਾ ਫੇਰ ਦਿੰਦੇ ਹਾਂ, ਫਿਰ ਜ਼ਿਆਦਾ ਇੱਕ ਹੋਰ ਦੁੱਖ ਹੋ ਜਾਂਦਾ ਸਾਨੂੰ। ਉਦੋਂ ਦਾ ਮਾਹੌਲ ਦੇਖ ਕੇ ਮਹਿਸੂਸ ਹੁੰਦਾ ਸਰ ਬਹੁਤ ਜ਼ਿਆਦਾ। ਸਾਥੀਆਂ ਦੇ ਜਦੋਂ ਸੱਟਾਂ ਲੱਗਦੀਆਂ ਨੇ, ਡਾਂਗਾ ਪੈਂਦੀਆਂ ਨੇ। ਮੈਂ ਚਾਹੁੰਦਾ ਪਿੱਛੇ ਮਾਈਕ ਦਿਓ, ਤੁਸੀਂ ਥੋੜਾ ਦੱਸੋ ਆਪਣੇ ਬਾਰੇ, ਪੜ੍ਹਾਈ ਕੀ ਕੀਤੀ, ਕਦੋਂ ਕੀਤੀ, ਔਰ ਤੁਸੀਂ ਕਿਸ ਤਰ੍ਹਾਂ ਅੱਗੇ ਵਧ ਰਹੇ ਹੋ, ਔਰ ਨੌਕਰੀ ਨਹੀਂ ਮਿਲ ਰਹੀ ਤਾਂ ਉਹ ਦਰਦ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਸਾਂਝਾ ਕਰੋ ਤੁਸੀਂ। ਸਰ ਮੈਂ ਡਬਲ ਐਮਏ ਬੀਐਡ ਹਾਂ ਤੇ ਟੈਟ ਦੀ ਤਿਆਰੀ ਕਰ ਰਹੀ। ਕਾਦੇ ਚ ਐਮਏ ਕੀਤੀ ਤੁਸੀਂ? ਸਰ ਐਮਏ ਪੋਲ ਸਾਇੰਸ ਔਰ ਐਮਏ ਇੰਗਲਿਸ਼। ਸਰ ਟੈਟ ਦੀ ਤਿਆਰੀ ਕਰ ਰਹੇ ਹਾਂ 2 ਸਾਲ ਤੋਂ, ਪਰ ਟੈਟ ਦਾ ਐਗਜ਼ਾਮ ਨਹੀਂ ਕੰਡਕਟ ਕੀਤਾ ਜਾ ਰਿਹਾ। ਤਾਂ ਦੇਖੋ ਇਹ ਬਹੁਤ ਸਿੰਪਲ ਹੈ ਦਰਸ਼ਕਾਂ ਨੂੰ ਸਮਝਾਉਣਾ। ਡਬਲ ਐਮਏ ਕੀਤੀ ਹੈ ਇਹਨਾਂ ਨੇ ਔਰ ਹੁਣ ਟੈਟ ਦੀ ਤਿਆਰੀ ਕਰ ਰਹੇ, ਲੇਕਿਨ ਟੈਟ ਦੀ ਤਿਆਰੀ 'ਚ ਖਰਚਾ ਕੀ ਹੈ? ਸਰ 10,000 ਲੈ ਕੇ ਚੱਲਦੇ ਆ ਹਰੇਕ ਇੰਸਟੀਚਿਊਟ ਘੱਟੋ ਘੱਟ ਪਰ ਮੰਥ। ਨੋ ਸਰ 6 ਮਹੀਨੇ ਦਾ 10,000 ਰੁਪਏ ਲੈਂਦੇ ਆ, ਔਰ ਫਿਰ ਟਰਾਂਸਪੋਰਟੇਸ਼ਨ ਹੋ ਗਈ, ਕਿਤਾਬਾਂ ਹੋ ਗਈਆਂ, ਸਟੇਸ਼ਨਰੀ ਹੋ ਗਈ। ਹਾਂਜੀ ਸਰ। ਤਾਂ ਬਹੁਤ ਦਰਸ਼ਕਾਂ ਨੂੰ ਇਹ ਬਹੁਤ ਸਿੰਪਲ ਭਾਸ਼ਾ 'ਚ ਸਮਝਾ ਰਹੇ ਆ ਕਿ ਇਕੁਅਲ ਓਪਰਚੁਨਿਟੀ ਕ੍ਰੀਏਟ ਹੀ ਨਹੀਂ ਕੀਤੀ ਜਾ ਰਹੀ। ਜੇ ਕੋਈ 4 ਸਾਲ ਪਹਿਲਾਂ ਕੋਈ ਵਿਅਕਤੀ ਵਾਸਤੇ ਟੈਟ ਦਾ ਐਗਜ਼ਾਮ ਕੰਡਕਟ ਹੋਇਆ ਔਰ ਉਹਨੂੰ ਨੌਕਰੀ ਮਿਲ ਗਈ, ਤਾਂ ਅੱਜ ਦੀ ਜਿਹੜੀ ਇਹ ਜਨਰੇਸ਼ਨ ਹੈ, ਜਿਨ੍ਹਾਂ ਦੀ ਇਹ ਉਮਰ ਹੈ, ਹਰ ਟੈਸਟ ਦਾ ਆਪਣਾ ਇੱਕ ਸਮਾਂ ਰਹਿੰਦਾ ਹੈ, ਇੱਕ ਏਜ ਲਿਮਿਟ ਰਹਿੰਦੀ ਹੈ, ਉਹ ਲੰਘਦੀ ਜਾਂਦੀ ਹੈ। ਔਰ ਇਹਨਾਂ ਨੂੰ ਇੱਥੇ ਜਦੋਂ ਟੈਟ ਨਹੀਂ ਹੋ ਰਿਹਾ ਤਾਂ ਇਹ ਕੁਆਲੀਫਾਈ ਹੀ ਨਹੀਂ ਕਰਦੇ, ਐਲੀਜੀਬਲ ਹੀ ਨਹੀਂ ਹੁੰਦੇ ਪੇਪਰ ਤੋਂ ਬਿਨਾਂ ਕਿ ਨੌਕਰੀ ਮਿਲ ਸਕੇ। ਤਾਂ ਸਰਕਾਰ ਨੌਕਰੀ ਦੇਣ ਦੀ ਮਨਸ਼ਾ ਹੀ ਨਹੀਂ ਹੈ, ਜਿਹੜੀ ਕਹਿ ਰਹੇ ਘਰ ਘਰ ਨੌਕਰੀ ਵਾਲਾ। ਮੈਨੂੰ ਤੁਸੀਂ ਦੱਸ ਦਿਓ, ਤੁਹਾਡੇ ਆਲੇ ਦੁਆਲੇ ਘਰ ਘਰ ਨੌਕਰੀ ਦਿਸੀ ਹੈ ਤੁਹਾਨੂੰ ਕਿਤੇ? ਨਹੀਂ ਸਰ, ਸਾਡੇ ਆਲੇ ਦੁਆਲੇ ਕਿਸੇ ਦੇ ਕੋਲ ਕੋਈ ਨੌਕਰੀ ਨਹੀਂ ਹੈਗੀ। ਕੁਝ ਮੁੰਡੇ ਮੇਰੇ ਪਿੰਡ ਦੇ ਫੌਜ 'ਚ ਜ਼ਰੂਰ ਗਏ ਆ ਹੋਰ, ਪਰ ਕਿਸੇ ਕੋਲ ਕੋਈ ਇਸ ਤਰ੍ਹਾਂ ਦੀ ਗਵਰਨਮੈਂਟ ਜੋਬ ਨਹੀਂ ਹੈਗੀ। ਕੁੜੀਆਂ ਵਾਸਤੇ ਖਾਸ ਤੌਰ ਤੇ? ਨੋ ਸਰ, ਕਿਤੇ ਕੁਝ ਨਹੀਂ ਹੈ। ਨਹੀਂ ਸਰ। ਔਰ ਤੁਹਾਡਾ ਪਿਛੋਕੜ ਕੀ? ਤੁਸੀਂ ਪੜ੍ਹਾਈ ਖੇਤੀਬਾੜੀ ਹੀ ਕਰਦੇ? ਮੇਰੇ ਖੇਤੀਬਾੜੀ ਕਰਦੇ ਆ। ਤਾਂ ਇਹ ਆਮ ਸਧਾਰਨ ਘਰ ਦੇ ਜਿਹੜੇ ਲੋਕ ਨੇ, ਜਿਹੜੇ ਆਮ ਸਧਾਰਨ ਘਰ ਦੇ ਨਾਲ ਸੰਬੰਧ ਰੱਖਣ ਵਾਲੇ, ਉਹਨਾਂ ਵਾਸਤੇ ਗੱਲ ਹੈ ਕਿ ਅੱਜ ਜਵਾਬ ਇਸ ਗੱਲ ਦਾ ਮੰਗਦੇ ਤੁਸੀਂ। ਮੈਂ ਚਾਹੁੰਦਾ ਕਿ ਤੁਸੀਂ ਵੀ ਆਪਣੇ ਬਾਰੇ ਥੋੜਾ ਦੱਸੋ ਕਿ ਤੁਸੀਂ ਕੀ ਕੀਤਾ ਔਰ ਅੱਜ ਤੁਸੀਂ ਇਸ ਲੜਾਈ ਦੇ ਵਿੱਚ ਸ਼ਾਮਲ ਕਿਉਂ? ਸਰ ਮੈਨੇ ਐਮਏ ਔਰ ਬੀਐਡ ਕੀਤੀ ਹੈ ਤੇ ਮੈਂ ਵੀ ਇੱਕ ਸਧਾਰਨ ਪਰਿਵਾਰ ਤੋਂ ਹੀ ਹਾਂ। ਜੇ ਮਤਲਬ ਕਿ ਮੇਰੇ ਪਰਿਵਾਰ ਨੇ ਵੀ ਬਹੁਤ ਸਟਰਗਲ ਕਰਕੇ ਫੀਸਾਂ ਪੇ ਕਰੀਆਂ ਨੇ। 1,35,000 ਰੁਪਇਆ ਬੀਐਡ ਤੇ ਖਰਚਾ ਆਇਆ। ਜਦੋਂ ਕਿ ਜੇ ਸਰਕਾਰੀ ਕਾਲਜ 'ਚ ਐਡਮਿਸ਼ਨ ਲੈਂਦੇ ਹਾਂ ਚਲੋ ਫਿਰ ਘੱਟ ਹੈ, ਪਰ ਉਸ ਦੇ ਲਈ ਵੀ ਐਂਟਰੈਂਸ ਐਗਜ਼ਾਮ ਰੱਖੇ ਜਾਂਦੇ ਨੇ, ਉਹਨਾਂ ਦੀ ਮੈਰਿਟ ਚੱਕੀ ਜਾਂਦੀ ਹੈ ਤੇ ਫਿਰ ਐਸਸੀਬੀਸੀ ਨੂੰ ਪਹਿਲ ਦਿੱਤੀ ਜਾਂਦੀ, ਜਨਰਲ ਕੈਟਾਗਰੀ ਦੀ ਫਿਰ ਵੈਕੈਂਸੀ ਘੱਟ ਹੁੰਦੀ ਹੈ। ਬਿਲਕੁਲ ਪੋਸਟਾਂ 10-15 ਪੋਸਟਾਂ ਰੱਖੀਆਂ ਜਾਂਦੀਆਂ ਨੇ। ਤਾਂ ਜਦੋਂ ਬੀਐਡ ਚੁਣੀ ਵੀ ਬੀਐਡ ਕਰਨੀ ਹੈ, ਉਸ ਦਿਨ ਇਸ ਗੱਲ ਦਾ ਅਹਿਸਾਸ ਸੀਗਾ ਵੀ ਨੌਕਰੀ ਸ਼ਾਇਦ ਨਾ ਮਿਲੇ ਕੱਲ ਨੂੰ? ਸਰ ਐਵੇਂ ਤਾਂ ਨਹੀਂ ਸੀ ਸਰ, ਇਸ ਉਮੀਦ ਨਾਲ ਚੱਲੇ ਸੀ ਵੀ ਚਲੋ ਕੋਈ ਗੱਲ ਨਹੀਂ, ਬੀਐਡ ਕਰਾਂਗੇ ਤਾਂ ਸ਼ਾਇਦ ਐਮਏ ਕਰਕੇ ਨਹੀਂ ਜੌਬ ਮਿਲੀ ਤਾਂ ਸ਼ਾਇਦ ਬੀਐਡ ਕਰਕੇ ਮਿਲ ਜਾਵੇ, ਪਰ ਨਹੀਂ। ਤਾਂ ਗੱਲ ਰਹਿ ਗਈ ਪ੍ਰਾਈਵੇਟ ਤੇ। ਉਹ ਜਿਵੇਂ ਅਨਮੋਲ ਦੱਸ ਰਹੀ ਸੀ ਕਿ ਹਾਂਜੀ ਸਰ, ਪ੍ਰਾਈਵੇਟ ਕਾਲਜ ਦੇ ਵਿੱਚ 3 ਜਾਂ 4,000 ਰੁਪਇਆ ਮਿਲਦਾ, ਉਸ ਨਾਲ ਸਾਡਾ ਖਰਚਾ ਹੀ ਨਹੀਂ ਪੂਰਾ ਹੁੰਦਾ, ਆਉਣ ਜਾਣ ਦਾ ਵੀ ਖਰਚਾ ਨਹੀਂ ਪੂਰਾ ਹੁੰਦਾ। ਔਰ ਲੱਖਾਂ ਰੁਪਇਆ ਤੁਸੀਂ ਪੜ੍ਹਾਈ ਤੇ ਲਾਇਆ ਆਪਣੀ ਤੇ? ਹਾਂਜੀ ਸਰ, ਪਹਿਲਾਂ ਐਮਏ ਤੇ ਇੰਨਾ ਖਰਚਾ ਕਰਿਆ, ਹੁਣ ਬੀਐਡ ਤੇ ਇੰਨਾ ਖਰਚਾ ਕਰਿਆ, ਤਾਂ ਫਿਰ ਪਰਿਵਾਰ ਕੀ ਕਰੂਗਾ ਪੜ੍ਹਾ ਕੇ ਜਦੋਂ ਕੋਈ ਅਸੀਂ ਉਹਨਾਂ ਨੂੰ ਕਮਾ ਕੇ ਨਹੀਂ ਦੇਵਾਂਗੇ। ਮੈਰਿਡ ਹੋ? ਨੋ ਸਰ। ਸਿੰਗਲ ਹੋ ਹਾਲੇ? ਹਾਂਜੀ। ਇਹ ਵੀ ਇੱਕ ਅੱਗੇ ਗੱਲ ਹੈ ਕਿ ਗਾਂ ਦਾ ਵੀ
ਸਾਡੇ ਹਾਂਜੀ ਪਰਿਵਾਰਾਂ ਦੇ sir, ਵਿੱਚ ਅਸੀਂ ਵੀ ਸਾਡੇ ਇਹੀ ਕਲਚਰ 'ਚ ਸੋਚਦੇ ਬਹੁਤ ਸੋਚਿਆ ਜਾਂਦਾ ਹੈ। ਹਾਂਜੀ ਔਰ ਜੇ ਸਰ ਉਹਨਾਂ ਨੂੰ ਸਾਡੇ ਤੋਂ ਹੀ ਉਮੀਦਾਂ ਨੇ ਵੀ ਜੇ ਸਾਡਾ ਬੱਚਾ ਕੁਝ ਲੱਗ ਜਾਵੇ ਤਾਂ ਸ਼ਾਇਦ ਅੱਗੇ ਵੀ ਸਾਡੇ ਖਰਚਾ ਘਟੇਗਾ, ਕੁਝ ਵੀ ਸਾਨੂੰ ਕਮਾ ਕੇ ਦੇਗਾ ਬੱਚਾ। ਉਮੀਦਾਂ ਲਾਈ ਬੈਠੇ ਨੇ, ਪਰ ਹੁਣ ਅਸੀਂ ਕੀ ਕਰੀਏ, ਸਰਕਾਰਾਂ ਨੇ ਕਮੀਆਂ ਸਾਨੂੰ ਕੁਝ ਵੀ ਨਹੀਂ ਦਿੰਦੀਆਂ ਹੈਗੀਆਂ। ਜੇਕਰ ਐਮਏ ਕਰਕੇ ਹੀ ਸਾਨੂੰ ਜੌਬ ਐਲੀਜੀਬਲ ਕਰ ਦੇਣ ਕੋਈ, ਤਾਂ ਫਿਰ ਸਾਨੂੰ ਹੋਰ ਅੱਗੇ ਪ੍ਰੋਫੈਸ਼ਨਲ ਅੱਗੇ ਜਾਣ ਦੀ ਕੀ ਲੋੜ ਪੈ ਰਹੀ ਹੈ, ਅੱਗੇ ਡਿਗਰੀਆਂ ਲੈਣ ਦੀ ਕੀ ਲੋੜ ਪੈ ਰਹੀ ਹੈ। ਸਰ ਇੰਨੀਆਂ ਡਿਗਰੀਆਂ ਚੱਕੀ ਫਿਰਦੇ ਨੇ, ਮੈਂ ਤਾਂ ਕੁਝ ਵੀ ਨਹੀਂ, ਹੋਰ ਵੀ ਕਿੰਨੇ ਹੀ ਸਟੂਡੈਂਟਸ ਨੇ ਜਿਹੜੀਆਂ ਇੰਨੀਆਂ ਡਿਗਰੀਆਂ ਲਈ ਪੀਐਚਡੀ ਤੱਕ ਮੈਨੂੰ ਕਈ ਮਿਲੇ ਆ, ਪੀਐਚਡੀ ਜਿਨ੍ਹਾਂ ਦੇ ਕੀਤੀ ਹਾਂਜੀ ਹੋਈ ਹੈ ਉਹ sir, ਸੜਕਾਂ ਤੇ ਤੁਹਾਡੇ ਨਾਲ ਹੀ ਉੱਥੇ ਹੁੰਦੇ ਆ। ਹਾਂਜੀ ਸਰ, ਨੈਟ ਟੈਟ ਮਾਸਟਰ ਕਾਰਡ ਸਭ ਐਲੀਜੀਬਲ ਮਤਲਬ ਕਲੀਅਰ ਕਰੀ ਬੈਠੇ ਨੇ, ਕਿਸੇ ਨੂੰ ਜੌਬ ਮਿਲਦੀ ਹੋ ਨਹੀਂ ਹੈਗੀ। ਤਾਂ ਫਿਰ ਸਾਡੇ ਵਰਗੇ ਤਾਂ ਬਹੁਤ ਪਿੱਛੇ ਨੇ ਨਾ, ਹਜੇ ਬਹੁਤ ਜ਼ਿਆਦਾ ਉਦਾਸੀ ਆਉਂਦੀ ਹੈ ਇਸ ਗੱਲ ਕਰਕੇ। ਹਾਂਜੀ ਸਰ, ਬਹੁਤ ਉਦਾਸੀ ਹੋਈ ਜਦੋਂ ਮਤਲਬ ਕਿ ਪਰਿਵਾਰ ਨੇ ਆਪਣੇ ਤੇ ਇੰਨਾ ਪੈਸਾ ਲਾਇਆ, ਤਾਂ ਫਿਰ ਆਪਾਂ ਨੂੰ ਉਹਨਾਂ ਨੂੰ ਕੁਝ ਵੀ ਨਹੀਂ ਕਮਾ ਕੇ ਦੇਵਾਂਗੇ ਤਾਂ ਪਰਿਵਾਰ ਵੀ ਕਹਿੰਦਾ ਕਿ ਤੁਹਾਡੇ ਤੇ ਇੰਨਾ ਪੈਸਾ ਲਾ ਦਿੱਤਾ ਵੀ ਤੁਸੀਂ ਹੁਣ ਕੁਝ ਕਰਕੇ ਤਾਂ ਦਿਖਾਵੋ। ਅਸੀਂ ਕੀ ਕਰਕੇ ਦਿਖਾ ਸਕਦੇ ਹਾਂ ਜਦੋਂ ਸਾਡੀਆਂ ਸਰਕਾਰਾਂ ਨਿਕੰਮੇ ਹੀ ਨਹੀਂ ਸਾਡਾ ਸਾਥ ਦੇ ਰਹੀਆਂ। ਬਹੁਤ ਵੱਡੀ ਇਸ਼ੂ ਹੈ। ਮੈਂ ਚਾਹੁੰਦਾ ਮਾਈਕ, ਤੁਸੀਂ ਕੀ ਐਜੂਕੇਸ਼ਨ ਤੁਹਾਡੀ ਔਰ ਆਪਣੇ ਬਾਰੇ ਦੱਸੋ। ਸਰ ਮੇਰਾ ਨਾਮ ਰਣਜੀਤ ਕੌਰ ਹੈ, ਮੈਂ ਸਰ ਬਠਿੰਡਾ ਏਰੀਆ ਤੋਂ ਆ, ਮੇਰਾ ਪਿੰਡ ਕਲਾਲ ਵਾਲਾ। ਮੇਰੀ ਐਜੂਕੇਸ਼ਨ ਸਰ ਐਮਏ ਐਮਐਡ ਹੈ, ਬੀਐਡ ਵੀ ਕੀਤੀ ਆ। ਸਰ ਮੇਰੇ ਘਰਦਿਆਂ ਕੋਲੇ ਹੋਰ ਕੋਈ ਆਪਸ਼ਨ ਹੀ ਨਹੀਂ ਹੈਗੀ, ਮੇਰੇ ਕੋਲੇ ਵੀ ਕੋਈ ਆਪਸ਼ਨ ਨਹੀਂ ਹੈਗੀ ਟੈਟ ਤੋਂ ਬਿਨਾ। ਉਹਨਾਂ ਨੂੰ ਆਸ ਹੈਗੀ ਵੀ ਸਾਡੀ ਕੁੜੀ ਕੁਝ ਕਰੂਗੀ ਸ਼ਾਇਦ। ਹੁਣ ਮੇਰੇ ਕੋਲੇ ਕੁਝ ਵੀ ਨਹੀਂ ਸਰ, ਮੇਰੀ ਐਮਐਡ ਵੀ ਕੰਪਲੀਟ ਹੋ ਗਈ। ਹੁਣ ਮੈਂ ਇੱਥੇ ਇੰਸਟੀਚਿਊਟ 'ਚ ਤਿਆਰੀ ਕਰ ਰਹੀ ਹਾਂ ਟੈਟ ਦੀ। ਮੈਂ ਵੇਟ 'ਚ ਆ ਵੀ ਟੈਟ ਆਵੇ ਤਾਂ ਮੈਂ ਦੇਵਾਂ, ਹੋਰ ਕੁਝ ਹੈ ਹੀ ਨਹੀਂ ਸਟੱਡੀ। ਮੈਂ ਇੱਕ ਕਾਲਜ 'ਚ ਰਿਜ਼ਿਊਮ ਦਿੱਤਾ ਸੀਗਾ ਵੀ ਚੱਲ ਪੜ੍ਹਾਉਣ ਲੱਗ ਜਾਂਦੇ, ਹੋਰ ਤਾਂ ਕੁਝ ਹੈ ਨਹੀਂ ਕਰਨ ਨੂੰ। ਔਰ ਉੱਥੇ ਕੀ ਐਕਸਪੈਕਟੇਸ਼ਨ ਹੁੰਦੀ ਹੈ ਜੇ ਉੱਥੇ ਨੌਕਰੀ ਮਿਲਦੀ ਹੈ ਤਾਂ ਤਨਖਾਹ ਦੀ? ਸਰ 5-7 ਹਜ਼ਾਰ ਹੋਊਗਾ। 5-7 ਹਜ਼ਾਰ 5-7 ਹਜ਼ਾਰ 'ਚ ਤੁਸੀਂ ਸੈਟੀਸਫਾਈਡ ਕਿਵੇਂ ਹੁੰਦੇ ਹੋ ਕਿ ਤੁਸੀਂ ਕੀ ਆਪਣਾ ਆਪ ਮਾਰਨਾ ਨਹੀਂ ਪੈਂਦਾ ਕਿ ਤੁਸੀਂ ਜਦੋਂ ਇੰਨਾ ਲੱਖਾਂ ਰੁਪਇਆ ਲਾ ਕੇ ਔਰ ਤੁਹਾਨੂੰ 5,000-7,000 ਦੇ ਵਿੱਚ ਜਾ ਕੇ ਉੱਥੇ ਨੌਕਰੀ ਮਿਲ ਰਹੀ ਹੈ? ਸ਼ਾਇਦ ਜਿਹੜਾ ਕੋਈ ਪੀਐਨ ਹੈ ਜਾਂ ਆਮ ਦਫ਼ਤਰਾਂ 'ਚ ਕੰਮ ਕਰਨ ਵਾਲਾ ਬੰਦਾ ਉਹ ਵੱਧ ਲੈ ਰਿਹਾ, 10,000-15,000 ਤੱਕ ਡਰਾਈਵਰਸ ਲੈ ਰਹੇ ਹੈ, ਤਾਂ ਤੁਸੀਂ ਕੁਆਲੀਫਾਈਡ ਹੋ ਕੇ ਤੁਹਾਨੂੰ ਜਦੋਂ 5,000 ਮਿਲ ਰਿਹਾ? ਸਰ ਕੋਈ ਆਪਸ਼ਨ ਹੀ ਨਹੀਂ ਹੈਗੀ ਹੋਰ। ਹੁਣ ਮੈਂ ਕਾਲਜ 'ਚ ਗਈ ਸੀ, ਉਹ ਕਹਿੰਦੇ ਪੀਐਚਡੀ ਕਰਕੇ ਆਓ ਤੁਸੀਂ। ਹੁਣ ਮੈਂ 4 ਸਾਲ ਸਰ ਪੀਐਚਡੀ ਕਰਨ ਜਾਵਾਂ? ਐਵੇਂ ਦੇ ਸਵਾਲ ਹੁੰਦੇ ਨੇਗੇ। ਹੁਣ ਮੈਂ ਕੋਈ ਐਡੇ ਲੈਂਡਲੋਰਡ ਪਰਿਵਾਰ 'ਚ ਤਾਂ ਹੈ ਨਹੀਂ ਗੀ ਸਰ, ਠੀਕ ਜੇ ਨੇ ਬਸ, ਉਹਨਾਂ ਨੇ ਮੈਨੂੰ ਪੜ੍ਹਾ ਲਿਆ, ਮੈਂ ਪੜ੍ਹ ਲਈ। ਜਿਵੇਂ ਰਜਨੀ ਨੇ ਕਿਹਾ ਕਿ ਨਾ ਹੀ ਮੇਰੇ ਪਿਤਾ ਕੋਲੇ ਇੰਨਾ 15 ਲੱਖ ਰੁਪਇਆ ਪਏ ਮੈਨੂੰ ਚੱਕ ਕੇ ਕੈਨੇਡਾ ਭੇਜ ਦੇਣਗੇ। ਸਰ ਮੇਰੇ ਤੇ ਤਾਂ ਪਹਿਲਾਂ ਹੀ 20 ਲੱਖ ਰੁਪਇਆ ਉਹ ਲਾਈ ਬੈਠੇ ਨੇ, ਇੰਨੀ ਸਟੱਡੀ ਕਰਾਈ ਆ। ਹੁਣ ਉਹਨਾਂ ਕੋਲੇ ਹੋਰ ਪੈਸਾ ਹੈ ਹੀ ਨਹੀਂ। ਮੈਨੂੰ ਕਹਿੰਦੇ ਤੇਰੇ ਕੋਲ ਇਹੀ ਆਪਸ਼ਨ ਹੈ ਵੀ ਜੇ ਜੌਬ ਮਿਲਦੀ ਹੈ ਤਾਂ ਠੀਕ ਹੈ, ਨਹੀਂ ਇਸ ਤਰ੍ਹਾਂ ਵਿਆਹ ਕਰ ਦੇਣਾ। ਸਰ ਹੁਣ ਮੈਂ ਇੰਨਾ ਪੜ੍ਹ ਲਿਖ ਕੇ ਇੱਕ ਕੁੜੀ ਹੋਣ ਦੇ ਨਾਤੇ ਇਹ ਵੀ ਇੱਕ ਤਰਾਸਦੀ ਹੈ, ਇੱਕ ਜਜ਼ਬਾਤ ਹੈ ਅੰਦਰ ਦੇ ਕਿ ਅਖੀਰ ਜਦੋਂ ਇਹ ਸੁਣਨਾ ਪੈ ਜੇ ਕਿ ਜੇ ਨਹੀਂ ਮਿਲੀ ਤਾਂ ਫਿਰ ਤੇਰਾ ਵਿਆਹ ਕਰ ਦਿਆਂਗੇ। ਇਹ ਬੜੀ ਦੁੱਖ ਦੀ ਗੱਲ ਹੈ। ਇਹ ਤਾਂ ਸਹੀ ਗੱਲ ਹੈ ਸਰ। ਕਿ ਮੁੰਡੇ ਨੂੰ ਕਦੇ ਐਂ ਕਿਹਾ ਜਾਂਦਾ? ਮੁੰਡੇ ਨੂੰ ਤਾਂ ਨਹੀਂ ਕਿਹਾ ਜਾਂਦਾ ਵੀ ਤੂੰ ਐਂ ਕਰ ਲੈ ਨਹੀਂ ਤਾਂ ਤੇਰਾ ਵਿਆਹ ਕਰ ਦਿਆਂਗੇ। ਜੇ ਕਰ ਵੀ ਦਿਓਗੇ ਤਾਂ ਉਹਨੇ ਤਾਂ ਉੱਥੇ ਹੀ ਰਹਿਣਾ ਹੈ। ਨਹੀਂ ਸਰ ਮੇਰੇ ਡੈਡੀ ਸਪੋਰਟ ਕਰਦੇ ਨੇ, ਪਰ ਬਾਕੀ ਸੋਸਾਇਟੀ ਨਹੀਂ ਨਾ ਕਰਦੀ। ਉਹ ਕਹਿੰਦੇ ਨੇ ਵੀ ਕੁੜੀ ਹੁਣ ਐਡੀ ਹੋ ਗਈ। ਪੀਅਰ ਪ੍ਰੈਸ਼ਰ, ਸੋਸਾਇਟੀ ਦਾ ਪ੍ਰੈਸ਼ਰ ਦੇਖੋ। ਉਹਨਾਂ ਨੂੰ ਐ ਹੁੰਦਾ ਵੀ ਕੁੜੀ ਨੂੰ ਵਿਆਹ ਹੁਣ ਬਹੁਤ ਪੜ੍ਹ ਲਿਖ ਗਈ, ਪਰ ਕਿਤੇ ਨਾ ਕਿਤੇ ਮੇਰੇ ਡੈਡੀ ਇਹ ਸੋਚਦੇ ਨੇ ਵੀ ਚੱਲ ਪੀੜ੍ਹੀ ਬਦਲ ਜੇ ਸ਼ਾਇਦ। ਉਹਨਾਂ ਨੇ ਬਹੁਤ ਖਰਚਾ ਕੀਤਾ ਮੇਰੇ ਤੇ, ਹੁਣ ਤੱਕ ਪੜ੍ਹਾਇਆ ਲਿਖਾਇਆ, ਮੇਰੀ ਹਰ ਇੱਛਾ ਨੂੰ ਪੂਰਾ ਕੀਤਾ। ਪਰ ਹੁਣ ਮੇਰੇ ਕੋਲ ਮੈਂ ਕੀ ਕਰਾਂ? ਉਹਨਾਂ ਨੂੰ ਐ ਵੀ ਇਹ ਜੌਬ ਕਰੇ, ਮੇਰੇ ਕੋਲ ਟੈਟ ਹੀ ਨਹੀਂ ਹੈਗਾ। ਜਿੱਥੇ ਮੈਂ ਜਾਂਦੀ ਹਾਂ ਸਕੂਲ 'ਚ ਜਾਂਦੀ ਹਾਂ ਉਹ ਟੈਟ ਮੰਗਦੇ ਨੇ, ਟੈਟ ਆ ਹੀ ਨਹੀਂ ਰਿਹਾ 3 ਸਾਲ ਤੋਂ। ਤਾਂ ਇਹ ਇੱਥੇ ਗੱਲ ਨੋਟ ਕਰਨ ਵਾਲੀ ਹੈ। ਮੈਂ ਦਰਸ਼ਕਾਂ ਨੂੰ ਚਾਹੁੰਦਾ ਜੇ ਤੁਸੀਂ ਪੂਰਾ ਪ੍ਰੋਗਰਾਮ ਸੁਣ ਰਹੇ ਹੋ ਤਾਂ ਇਹ ਓਪਰਚੁਨਿਟੀ ਨਹੀਂ ਮਿਲ ਰਹੀ। ਹੁਣ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਮਿਲ ਰਹੀ? ਕਿਉਂਕਿ ਟੈਟ ਹੀ ਨਹੀਂ ਹੈ। ਉਸ ਤੋਂ ਬਾਅਦ ਦੀ ਲੜਾਈ ਵੀ ਸੌਖੀ ਨਹੀਂ। ਜਿਵੇਂ ਇਹ ਸਾਡੇ ਕੋਲੇ ਬੈਠੇ ਨੇ, ਟੈਟ ਕਲੀਅਰ, ਸਭ ਕੁਝ ਕਲੀਅਰ, ਪੇਪਰ ਹੋ ਗਿਆ, ਸਾਰਾ ਕੁਝ ਕਲੀਅਰ ਹੋ ਗਿਆ ਔਰ ਫਾਈਨਲੀ ਜਾ ਕੇ ਕਿਸੇ ਨੇ ਕੋਰਟ 'ਚ ਜਾ ਕੇ ਰਿਟ ਪਾਤੀ, ਬੀਐਡ ਵਾਲਿਆਂ ਨੇ ਪਾਤੀ ਕਿ ਅਸੀਂ ਵੀ ਨਾਲ ਐਲੀਜੀਬਲ ਸੀਗੇ, ਸਾਨੂੰ ਹੋਣਾ ਚਾਹੀਦਾ ਸੀ ਔਰ ਮਿਲੀ ਮਲਾਈ ਨੌਕਰੀ ਜਿਹੜੀ ਸੀਗੀ ਉਮੀਦ ਹੋ ਗਈ ਸੀ ਤੁਹਾਨੂੰ। ਮੈਂ ਚਾਹੁੰਦਾ ਇੱਕ ਵਾਰੀ ਮਾਈਕ ਤੁਸੀਂ ਇਹਨਾਂ ਵੱਲ ਦਿਓ। ਤੁਹਾਨੂੰ ਉਮੀਦ ਹੋ ਗਈ ਸੀ ਵੀ ਹੁਣ ਸਾਰਾ ਕੁਝ ਹੋ ਗਿਆ ਤੇ ਹੁਣ ਨੌਕਰੀ ਮਿਲ ਗਈ, ਸਿਰਫ ਜੁਆਇਨਿੰਗ ਲੈਟਰ ਮਿਲਣਾ ਬਾਕੀ ਸੀਗੇ, ਸਕੂਲ ਦੱਸਣਾ ਸੀ ਕਿਹੜੇ ਸਕੂਲ 'ਚ ਜਾਣਾ, ਬਾਕੀ ਸਾਰੀਆਂ ਫਾਰਮੈਲਿਟੀਜ਼ ਹੋ ਗਈਆਂ ਸੀ। ਹਾਂ ਜੀ, ਔਰ ਦਿਲ ਟੁੱਟ ਗਿਆ। ਫਿਰ ਟੁੱਟ ਗਿਆ, ਸਿਖਰ ਤੇ ਜਾ ਕੇ ਟੁੱਟਿਆ ਜੀ। ਪਰ ਇੱਕ ਉਮੀਦ ਪੂਰੀ ਮਤਲਬ ਹੋ ਗਈ ਸੀ ਕਿ ਹਾਂ ਕੰਮ ਬਣ ਜੂਗਾ ਜੀ ਹੁਣ, ਪਰ 9 ਮਹੀਨੇ ਹੋ ਗਏ ਜੀ ਅੱਜ ਤੱਕ ਕੰਮ ਨਹੀਂ ਬਣਿਆ ਜੀ। ਤਾਂ ਤੁਸੀਂ ਦੇਖੋ ਕਿ ਵਾਪਸ ਦੇ ਦਿਓ ਮਾਈਕ। ਥੋੜੀ ਜਿਹੀ ਇਹ ਸਮਝਣ ਦੀ ਲੋੜ ਹੈ ਕਿ ਹਾਲੇ ਤਾਂ ਟੈਟ ਵਾਸਤੇ ਲੜਾਈ ਲੜੀ ਜਾ ਰਹੀ ਹੈ ਕਿ ਟੈਟ ਹੋਵੇ। ਜਿਨ੍ਹਾਂ ਦਾ ਹੋ ਗਿਆ ਕਲੀਅਰ ਹੈ ਨੌਕਰੀ, ਉਹਨਾਂ ਨੂੰ ਵੀ ਨਹੀਂ ਮਿਲੀ। ਇੰਨੀ ਲੜਾਈ ਦੇ ਵਿੱਚ, ਇੰਨੇ ਕੁਛ ਦੇ ਵਿੱਚ ਕਦੇ ਜਜ਼ਬਾਤੀ ਨਹੀਂ ਹੋਏ, ਕਦੇ
ਦਿਲ ਰੋਇਆ ਕਿ ਕੀ ਹੋਈ ਜਾਂਦਾ ਸਾਡੇ ਨਾਲ? ਸਰ ਪਤਾ ਕੀ ਹੁੰਦਾ ਹੈ, ਹੁਣ ਦੇਖੋ ਜਿਵੇਂ ਮੇਰੇ ਆਸ-ਪਾਸ ਸਟੂਡੈਂਟ ਪੜ੍ਹਦੇ ਨੇ, ਜਿਵੇਂ ਬਾਹਰ ਜਾਂਦੀਆਂ ਨੇ ਕੁੜੀਆਂ, ਪਹਿਲੀ ਗੱਲ ਤਾਂ ਇਹ ਹੈ ਵੀ ਸਾਡੇ ਪਿੰਡ 'ਚ ਕੋਈ ਐਵੇਂ ਦਾ ਹੈ ਹੀ ਨਹੀਂਗਾ ਵੀ ਜਿਹੜਾ ਇੰਨੀ ਦੂਰ ਤੱਕ ਕੁੜੀ ਨੂੰ ਪੜ੍ਹਾ ਲੇ। ਮਤਲਬ ਮੈਂ ਐਮਐਡ ਤੱਕ ਪਹੁੰਚ ਗਈ, ਕੋਈ ਕੁੜੀ ਨਹੀਂ ਪਹੁੰਚੀ ਹੈਗੀ, ਮੁੰਡਾ ਵੀ ਨਹੀਂ ਪਹੁੰਚਿਆ, ਕੁੜੀ ਤਾਂ ਛੱਡੋ। ਮੈਨੂੰ ਪਹੁੰਚ ਕੇ ਵੀ ਹੁਣ ਜਦੋਂ ਮੈਂ ਪਿੱਛੇ ਦੇਖਦੀ ਹਾਂ ਤਾਂ ਮੈਨੂੰ ਐਂ ਲੱਗਦਾ ਵੀ ਸ਼ਾਇਦ ਮੈਂ ਨਾ ਆਉਂਦੀ, ਸ਼ਾਇਦ ਨਾ ਆਉਂਦੀ ਤਾਂ ਸਹੀ ਸੀਗਾ। ਪਤਾ ਕੀ ਹੈ, ਹੁਣ ਜਦੋਂ ਮੇਰੇ ਚਾਚਾ ਜੀ ਦੀ ਕੁੜੀ ਨੂੰ ਪੜ੍ਹਨ ਲਾਉਣਾ ਸੀਗਾ, ਹੁਣ ਉਹ ਕਹਿੰਦੇ ਨੇ ਵੀ ਜਦੋਂ ਉਹ ਨਹੀਂ ਕੁਝ ਬਣੀ ਤਾਂ ਤੂੰ ਕੀ ਬਣ ਜਾਏਗੀ, ਮੈਨੇ। ਹਾਂਜੀ, ਤੇ ਵੀ ਫਿਰ ਬਹੁਤ ਦਿਲ ਦੁਖੀ ਹੁੰਦਾ ਵੀ ਇੰਨਾ ਪੜ੍ਹ ਲਿਖ ਕੇ ਜੇ ਆਪਣੇ ਕੋਲੇ ਕੁਝ ਹੈ ਨਹੀਂਗਾ ਫਿਰ ਕੋਈ ਫਾਇਦਾ ਨਹੀਂ। ਮੈਂ ਤਾਂ ਕਹਿੰਦੀ ਵੀ ਪੜ੍ਹਨਾ ਹੀ ਨਹੀਂ ਚਾਹੀਦਾ, ਬਸ ਅਨਪੜ੍ਹ ਹੀ ਠੀਕ ਆ। ਹੁਣ ਮੈਂ ਪੜ੍ਹੀ ਲਿਖੀ ਹੋ ਕੇ ਵੀ ਮੈਂ ਅਨਪੜ੍ਹ ਦੇ ਬਰਾਬਰ ਹੋ ਗਈ ਬਸ। ਔਰ ਮੈਂ ਇਸ ਗੱਲੋਂ ਹੈਰਾਨ ਹਾਂ, ਤੁਸੀਂ ਕਹਿ ਰਹੇ ਹੋ ਕਿ ਕਾਲਜ ਵਾਲੇ ਕਹਿੰਦੇ PhD ਕਰਕੇ ਆਓ। ਹਾਂਜੀ, PhD ਕਰਨ ਤੋਂ ਬਾਅਦ ਕਿੰਨੀ ਨੌਕਰੀ, ਕਿੰਨੇ ਪੈਸੇ ਮਿਲਣਗੇ? 10,000 ਸਰ। 10,000। ਹਾਂਜੀ। ਤੇ ਜਦੋਂ PhD ਕਰ ਰਹੇ ਹੁੰਨੇ ਆ ਉਦੋਂ ਮੇਰੇ ਖਿਆਲ ਵੱਧ ਮਿਲ ਜਾਂਦੇ ਆ, 25-30 ਹਜ਼ਾਰ ਰੁਪਏ ਮਿਲ ਜਾਂਦਾ ਹੈ। ਹਾਂਜੀ ਹਾਂਜੀ, JRF ਵੱਧ ਮਿਲ ਜਾਂਦਾ ਹੈ। ਔਰ PhD ਮੁਕੰਮਲ ਹੋਣ ਤੋਂ ਬਾਅਦ ਕੀ 10,000 ਰੁਪਏ ਦੀ ਨੌਕਰੀ ਸਿਰਫ? ਉਹ ਵੀ ਤਾਂ ਸਰ ਜੇ ਆਪਾਂ PhD ਕਰਦੇ ਉਹ ਵੀ ਤਾਂ ਆਪਾਂ ਨੂੰ ਕੁਝ ਮੰਗਣਗੇ, ਕੋਈ ਟੈਸਟ ਮੰਗਣਗੇ, ਟੈਸਟ ਹੀ ਨਹੀਂ ਆ ਰਹੇ ਜਦੋਂ ਆਪਾਂ ਕਿੱਥੋਂ ਕਰ ਲਾਂਗੇ? ਫਿਰ ਗੱਲ ਉੱਥੇ ਹੀ ਆ ਗਈ ਵੀ ਟੈਟ ਨਹੀਂ ਹੋਊਗਾ ਤਾਂ ਫਿਰ ਕਰਾਂਗੇ ਕੀ? ਹਾਂਜੀ। ਔਰ ਅੱਜ ਤੁਸੀਂ ਖਾਸ ਤੌਰ ਤੇ ਸਿਰਫ ਇਸ ਇੰਟਰਵਿਊ ਵਾਸਤੇ ਚੱਲ ਕੇ ਬਠਿੰਡਿਓਂ ਆਏ ਇੱਥੇ? ਨਹੀਂ ਸਰ, ਮੈਂ ਇੱਥੇ ਯੂਨੀਵਰਸਿਟੀ 'ਚ ਹਾਂ। ਯੂਨੀਵਰਸਿਟੀ 'ਚੋਂ? ਹਾਂਜੀ, ਹੁਣੇ ਕੰਪਲੀਟ ਹੋਈ ਆ। ਹੁਣ ਮੇਰੇ ਕੋਲ ਕੋਈ ਆਪਸ਼ਨ ਹੀ ਨਹੀਂ, ਮੇਰੇ ਘਰ ਦੇ ਮੈਨੂੰ ਕਹਿੰਦੇ ਤੂੰ ਵਾਪਸ ਆ ਜਾ, ਪਰ ਮੈਂ ਸੋਚਦੀ ਹਾਂ ਵੀ ਚੱਲ ਕਿਤੇ ਨਾ ਕਿਤੇ ਜੇ ਟੈਟ ਆ ਜਾਏ ਤਾਂ ਮੈਂ ਤਿਆਰੀ ਕਰ ਰਹੀ ਹਾਂ ਵੀ ਸ਼ਾਇਦ ਕੁਝ ਬਣ ਜੇ। ਨਹੀਂ, ਮੈਨੂੰ ਕਹਿੰਦੇ ਤੂੰ ਆਪਦਾ ਬਸ ਸਾਰਾ ਸਮਾਨ ਲੈ ਕੇ ਵਾਪਸ ਆ ਜਾ ਤੇ ਇਸ ਤਰ੍ਹਾਂ ਵਿਆਹ ਕਰ ਦੇਣਾ। ਧਰਨਿਆਂ 'ਚ ਵੀ ਜਾਂਦੇ ਹੋ? ਨਹੀਂ ਸਰ, ਨਹੀਂ ਜਾਂਦੇ। ਇਹ ਗਈ ਸੀਗੀ। ਤੁਹਾਨੂੰ ਲੱਗਦਾ ਧਰਨਿਆਂ 'ਚ ਜਾ ਕੇ ਕੋਈ ਹੱਲ ਨਿਕਲ ਆਊਗਾ? ਉੱਥੇ ਡਾਂਗਾ ਪੈਂਦੀਆਂ, ਉੱਥੋਂ ਕੋਈ ਹੱਲ ਨਿਕਲ ਆਊਗਾ? ਸਰ ਜਾਣਾ ਤਾਂ ਚਾਹੀਦਾ ਹੈ, ਜਾਣਾ ਚਾਹੀਦਾ। ਚਾਹੀਦਾ ਸਰ। ਤੁਸੀਂ ਆਪਣੇ ਬਾਰੇ ਦੱਸੋ, ਔਰ ਤੁਸੀਂ ਕਿਵੇਂ ਸਾਰਿਆਂ ਨੂੰ ਸੁਣ ਲਿਆ, ਖੁੱਲ ਕੇ ਦੱਸੋ ਹੁਣ ਕਿ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ। ਸਰ ਮੇਰਾ ਨਾਮ ਰਵੀਨਾ ਹੈ, ਮੈਂ 15-17 ਸੈਸ਼ਨ ETT ਪਾਸ ਹਾਂ ਤੇ ਮੈਂ ਇਹ ਚਾਹੁੰਦੀ ਹਾਂ ਕਿ 3 ਸਾਲਾਂ ਤੋਂ ਮਤਲਬ ਜਿਹੜਾ ਟੈਟ ਦਾ ਪੇਪਰ ਹੈ ਉਹ ਨਹੀਂ ਲਿਆ ਗਿਆ। ਤੇ ਹੁਣ ਜਿਵੇਂ ਸੈਂਟਰ ਸਰਕਾਰ ਹੈ ਉਹ ਸਾਲ 'ਚ 2 ਵਾਰੀ ਪੇਪਰ ਲੈਂਦੀ ਹੈ ਤੇ ਮੇਰਾ ਕਲੀਅਰ ਵੀ ਹੈ CTET। ਤੇ ਇਹ ਹੋਣਾ ਚਾਹੁੰਦੇ ਹੁਣ ਜਿਵੇਂ UP ਸਰਕਾਰ ਹੈ, UP ਟੈਟ ਨਹੀਂ ਹੁੰਦਾ ਤਾਂ ਉਹ CTET ਨੂੰ ਐਲੀਜੀਬਿਲਟੀ ਦੇ ਦਿੰਦੇ ਆ ਵੀ ਤੁਸੀਂ ਪੋਸਟ ਭਰ ਸਕਦੇ ਆ। ਐਵੇਂ ਹੀ ਹਰਿਆਣਾ 'ਚ ਹੈ, ਪਰ ਇੱਥੇ ਪੰਜਾਬ ਸਰਕਾਰ ਤਾਂ ਇਹ ਵੀ ਨਹੀਂ ਮੰਨਦੀ ਹੈਗੀ। ਹੁਣ ਜਿਹੜੀ 6835 ਪੋਸਟਾਂ ਨਿਕਲੀਆਂ, ਅਸੀਂ ਉਹਨਾਂ 'ਚ ਜੇ ਸਾਨੂੰ CTET ਦੀ ਵੀ ਐਲੀਜੀਬਿਲਟੀ ਦੇ ਦੇਣ ਤਾਂ ਸਾਨੂੰ ਚਾਂਸ ਮਿਲ ਸਕਦਾ। ਨਹੀਂ ਤਾਂ ਉਸ ਤੋਂ ਪਹਿਲਾਂ ਸਾਡਾ ਟੈਟ ਕਲੀਅਰ ਕੰਡਕਟ ਕਰਾਇਆ ਜਾਵੇ ਜਿਹੜਾ 3 ਸਾਲਾਂ ਤੋਂ ਰਹਿ ਰਿਹਾ ਹੈ। ਜਿਹੜਾ 2017 ਵਾਲਾ ਪੇਪਰ ਸੀ ਉਹਨਾਂ ਨੇ 18 'ਚ ਲਿਆ ਸੀ 25 ਫਰਵਰੀ ਨੂੰ, ਤੇ ਜਿਹੜਾ 18 ਦਾ ਸੀ ਉਹ 20 'ਚ ਲਿਆ 19 ਜਨਵਰੀ ਨੂੰ। ਉਸ ਤੋਂ ਬਾਅਦ ਕੋਈ ਟੈਟ ਦਾ ਪੇਪਰ ਨਹੀਂ ਲਿਆ ਗਿਆ ਹੈ। ਤਾਂ ਫੈਮਿਲੀ ਕਦੇ ਇਸ ਗੱਲੋਂ ਤੁਹਾਨੂੰ ਕਹਿੰਦੀ ਹੈ? ਹਾਂਜੀ ਬਹੁਤ ਸਰ। ਮੈਂ ਇੱਕ ਮੀਡੀਓਕਰ ਜਿਹੇ ਪਰਿਵਾਰ ਤੋਂ, ਮੇਰੇ ਪਾਪਾ ਲੇਬਰ ਕਰਦੇ ਆ ਤੇ ਉਹਨਾਂ ਨੂੰ ਮੇਰੇ ਤੋਂ ਹੀ ਉਮੀਦਾਂ ਹੈ ਕਿ ਸਾਡੀ ਕੁੜੀ ਕੁਝ ਬਣੂਗੀ, ਟੀਚਰ ਬਣੂਗੀ। ਬਟ ਜੇ ਪੰਜਾਬ ਸਰਕਾਰ ਸਾਨੂੰ ਮੌਕਾ ਦੇਵੇ, ਟੈਸਟ ਲਵੇ, ਅਸੀਂ ਤਾਂ ਹੀ ਕੁਝ ਕਰ ਸਕਦੇ ਹਾਂ ਅੱਗੇ। ਸਰ ਤਾਂ ਉਹ ਕਦੇ ਗੱਲ ਹੁੰਦੀ ਹੈ ਇਸ ਬਾਰੇ ਕਿ ਬਹੁਤ ਹੋ ਗਿਆ ਹੁਣ, ਜਾਂ ਜਿਵੇਂ ਉਹ ਕਹਿ ਰਹੇ ਸੀਗੇ ਕਿ ਫੈਮਿਲੀ ਪਾਪਾ ਤਾਂ ਸਪੋਰਟ ਕਰਦੇ ਆ ਕਿ ਉਹਨਾਂ ਨੂੰ ਉਮੀਦ ਹੈਗੀ ਆ ਵੀ ਮੇਰੀ ਕੁੜੀ ਕਰ ਜੂਗੀ, ਬਟ ਆਸ-ਪਾਸ ਦੀ ਸੁਸਾਇਟੀ ਕਹਿੰਦੀ ਆ ਇੰਨਾ ਪੜ੍ਹ ਲਿਖ ਕੇ ਕੀ ਕਰਨਾ, ਰੋਟੀਆਂ ਹੀ ਬਣਾਉਣੀਆਂ ਨੇ। ਮਤਲਬ ਕਿ ਉਹ ਕਹਿੰਦੇ ਆ ਵੀ ਇੰਨੀ ਏਜ ਹੋ ਗਈ ਹੁਣ ਕੁੜੀ ਦਾ ਵਿਆਹ ਕਰ ਦਿਓ। ਬਟ ਹੁਣ ਵੈਸੇ ਤਾਂ ਪੰਜਾਬ ਸਰਕਾਰ ਕਹਿੰਦੀ ਆ ਬੇਟੀ ਪੜਾਓ ਬੇਟੀ ਵਧਾਓਗੀ। ਬੇਟੀ ਕਿਵੇਂ ਪੜੂਗੀ? ਇੰਨਾ ਪੜ੍ਹ ਲਿਖ ਕੇ ਇੱਕ ਏਜ ਵੱਧ ਰਹੀ ਆ, ਹੋਰ ਕੁਝ ਨਹੀਂ। ਇੱਕ ਸਿਰਫ ਕਾਗਜ਼ ਹੀ ਹੈ ਸਾਡੇ ਲਈ, ਤੇ ਜਿਹੜੇ ਸਰਟੀਫਿਕੇਟ ਹੈ ਉਹ ਇਕੱਠੇ ਕੀਤੇ ਹੋਏ, ਇੰਨੀ ਡਿਗਰੀਆਂ ਇਕੱਠੀ ਕੀਤੀਆਂ ਜਦੋਂ ਸਾਡੀ ਕੋਈ ਵੈਲਿਊ ਨਹੀਂ ਹੈਗੀ ਉਹਨਾਂ ਦੀ। ਗੁੱਸਾ ਆਉਂਦਾ ਕਈ ਵਾਰੀ? ਬਹੁਤ ਗੁੱਸਾ ਆਉਂਦਾ ਸਰ। ਸਰਕਾਰ ਤੇ ਗੁੱਸਾ ਆਉਂਦਾ? ਸਰਕਾਰ ਤੇ ਬਹੁਤ ਗੁੱਸਾ ਆਉਂਦਾ। ਕੱਢ ਦਿਆ ਕਰੋ। ਹੁਣ ਪਿੱਛੇ ਜੀ 24 ਨੂੰ ਮੀਟਿੰਗ ਹੋਈ ਸੀ, ਧਰਨਾ ਲੱਗਿਆ ਸੀ। ਇਹ ਸੈਕਟਰੀ ਹੈ ਜੋ ਸਾਡੇ ਕ੍ਰਿਸ਼ਨ ਕੁਮਾਰ ਜੀ, ਉਹ ਕਹਿੰਦੇ ਕਿ ਮੈਨੂੰ ਸਰਕਾਰ ਤੋਂ ਇੱਕ ਵਾਰੀ ਕਹਾ ਦਿਓ, ਮੈਂ 15 ਦਿਨਾਂ 'ਚ ਟੈਸਟ ਲੈ ਲੈਣਾ ਤੇ ਰਿਜ਼ਲਟ ਵੀ ਨਾਲ ਹੀ ਉਹ ਕਰ ਦੇਣਾ ਕਿ 6835 'ਚ ਤੁਹਾਨੂੰ ਮੌਕਾ ਮਿਲ ਸਕੇ। ਬਟ ਜੇ ਸਰਕਾਰ ਕੋਲ ਜਾਈਏ ਉਹ ਕਹਿੰਦੇ ਕ੍ਰਿਸ਼ਨ ਕੁਮਾਰ ਜੀ ਨੂੰ, ਅਸੀਂ ਕਿੱਧਰ ਜਾਈਏ? ਹੁਣ ਇਹ ਹੈ ਨਾ, ਤੁਹਾਡੇ ਵਾਸਤੇ ਡਾਂਗਾ ਰਹਿ ਗਈਆਂ ਕੱਲੀਆਂ ਮੈਨੂੰ ਲੱਗਦਾ। ਜੇ ਅਸੀਂ YPS ਚੌਂਕ ਜਾਂਦੇ ਹੋ ਤੁਸੀਂ ਸਿਰਫ, ਜੇ ਅਸੀਂ ਧਰਨੇ ਲਗਾਉਂਦੇ ਉੱਥੇ ਸਾਡੇ ਡਾਂਗਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਸਾਨੂੰ ਮਿਲ ਕੇ ਅਵੇਅਰ ਹੋਣਾ ਪੈਣਾ ਹੈ? ਚੋਣਾਂ ਆ ਜਾਂਦੀਆਂ, ਚਲੀਆਂ ਜਾਂਦੀਆਂ, ਹਰ ਵਾਰ ਇਹੀ ਗੱਲਾਂ ਹੁੰਦੀਆਂ। ਕਿਉਂ ਨਾ ਐਤਕੀ ਸਵਾਲ ਕੀਤੇ ਜਾਣ ਇਹ, ਕਿਉਂ ਨਾ ਤੁਸੀਂ ਵੀ, ਤੁਹਾਡੇ ਪਿਤਾ ਵੀ, ਤੁਹਾਡੇ ਸਾਰਿਆਂ ਦੇ ਪਿਤਾ, ਪੰਜਾਬ 'ਚ ਕੱਲਾ ਬੰਦਾ ਜੋ ਸੁਣ ਵੀ ਰਿਹਾ, ਦੇਖ ਵੀ ਰਿਹਾ, ਉਹ ਰੋਕ ਕੇ ਤੇ ਪੁੱਛੇ, ਬਾਂਹ ਫੜ ਲੇ ਵੀ ਦੱਸੋ ਟੈਟ ਕਦੋਂ ਕੰਡਕਟ ਕਰੋਗੇ?
ਕੀ ਕਰਨਾ ਪੈਣਾ ਹੁਣੇ? ਹਾਂਜੀ ਸਰ, ਅਵੇਅਰ ਤਾਂ ਹੋਣਾ ਪੈਣਾ। ਮੈਂ ਤਾਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ, ਬੀਐਡ ਵਾਲਿਆਂ ਨੂੰ ਤੇ ਈਟੀਟੀ ਵਾਲਿਆਂ ਨੂੰ, ਕਿ ਈਟੀਟੀ ਯੂਨੀਅਨ ਦਾ ਸਪੋਰਟ ਕਰੋ ਤੇ ਵੱਧ ਤੋਂ ਵੱਧ ਅੱਗੇ ਚੜ ਕੇ ਆਓ, ਤਾਂ ਕਿ ਇਹਨਾਂ ਸੁੱਤੀ ਪਈ ਸਰਕਾਰ ਨੂੰ ਜਗਾ ਸਕੀਏ। ਇੰਨੇ ਦਿਨ ਤੱਕ ਸੁਰਿੰਦਰਪਾਲ ਹੋਣੇ ਉੱਥੇ ਬੈਠੇ ਰਹੇ ਔਰ ਇਹ ਨਹੀਂ ਸੰਗ ਆਈ ਸਰਕਾਰ ਨੂੰ। ਸਰ ਉਹਨਾਂ ਨੇ ਬਹੁਤ ਸਟਰਗਲ ਕੀਤਾ, ਤਾਂ ਹੀ 6 ਮਹੀਨਿਆਂ ਪਿੱਛੋਂ ਕਿਤੇ ਉਹਨਾਂ ਦੀ ਪੋਸਟਾਂ ਨਿਕਲੀਆਂ, ਉਹ ਟਾਵਰ ਤੇ ਚੜੇ ਰਹੇ। ਹੁਣ ਜੇ ਕੁੜੀਆਂ ਘਰ ਤੋਂ ਬਾਹਰ ਨਿਕਲਦੀਆਂ, ਵੈਸੇ ਤਾਂ ਧਰਨੇ 'ਚ ਕੁੜੀਆਂ ਹੈਗੀਆਂ ਨਹੀਂ ਸੀ, 3 ਕੁੜੀਆਂ ਸੀ ਹੁਣ ਪਰਸੋਂ ਚੌਥੇ ਦੇ ਧਰਨੇ 'ਚ। ਮੈਂ ਤਾਂ ਉਹ ਕਿਉਂ ਘਟ ਗਈਆਂ? ਤੁਹਾਨੂੰ ਪਤਾ ਹੈ ਸੋਸਾਇਟੀ ਇਦਾਂ ਦੀ ਹੈ, ਕਹਿੰਦੀਆਂ ਕੁੜੀਆਂ ਧਰਨੇ 'ਚ ਜਾਣਗੀਆਂ। ਫਿਰ ਇੱਕ ਤਾਂ ਗਵਰਨਮੈਂਟ ਨੂੰ ਸ਼ਰਮ ਨਹੀਂ ਆਉਂਦੀ, ਉੱਪਰੋਂ ਸੋਸਾਇਟੀ ਸਾਨੂੰ ਤਾਨੇ ਮੇਣੇ ਮਾਰਦੀ ਹੈ, ਕੁੜੀਆਂ ਧਰਨੇ 'ਚ ਜਾਣਗੀਆਂ। ਸੋਸਾਇਟੀ ਨੂੰ ਵੀ ਸ਼ਰਮ ਨਹੀਂ ਆਉਂਦੀ। ਹਾਂਜੀ, ਇਹੀ ਹੈ ਮੈਂ ਸਰਕਾਰ। ਚਾਹੁੰਦਾ ਕਿ ਬਾਕੀ ਵੀ ਸਾਰੇ ਤੁਸੀਂ ਆਪਣਾ ਆਪਣਾ ਆਖਰ ਦੇ ਵਿੱਚ ਜੋ ਦਿਲ ਦੀ ਗੱਲ ਕਹਿਣੀ ਚਾਹੁੰਦੇ ਹੋ, ਕੋਈ ਸਵਾਲ ਨਹੀਂ ਹੈ ਹੁਣ ਮੇਰਾ। ਇਹ ਕਲੀਅਰ ਹੈ, ਜੋ ਸ਼ਰਮਨਾਕ ਵਤੀਰਾ ਸਰਕਾਰ ਦਾ ਇਹਨਾਂ ਪ੍ਰਤੀ ਹੈ ਉਹ ਸਾਰੇ ਜਾਣਦੇ ਹਾਂ ਅਸੀਂ। ਤਾਂ ਤੁਸੀਂ ਆਪਣੇ ਆਪਣੇ ਜੋ ਆਪਣੇ ਦਿਲ ਦੀ ਗੱਲ, ਜੋ ਭੜਾਸ ਕੱਢਣੀ ਚਾਹੁੰਦੇ ਹੋ, ਅੱਜ ਕੱਢੋ, ਸਰਕਾਰ ਨੂੰ ਸਵਾਲ ਕਰੋ ਅੱਜ। ਹਾਂਜੀ ਸਰ, ਮੇਰਾ ਕਹਿਣ ਦਾ ਹੀ ਮਤਲਬ ਹੈ, ਵੈਸੇ ਤਾਂ ਸਰਕਾਰ ਬਣੀ ਹੀ ਇਲੈਕਸ਼ਨ ਤੋਂ ਹੈ ਨਾ ਸਰ। ਇਲੈਕਸ਼ਨ ਲੈ ਲੈਂਦੀਆਂ, ਉਸ ਤੋਂ ਬਾਅਦ ਆਪਣੇ ਘਰੇ ਬਹਿ ਜਾਂਦੀਆਂ, ਪੈਨਸ਼ਨ ਮਿਲ ਜਾਣਗੀ, ਤਨਖਾਹਾਂ ਮਿਲ ਜਾਣਗੀਆਂ, ਜੋ ਫਾਈਨੈਂਸ਼ਲੀ ਹੈ ਨਾ ਬਜਟ ਮਿਲੇਗਾ ਉਹਦੇ 'ਚੋਂ ਲੈ ਲੈਣਗੇ ਆਪਣੇ ਹਿੱਸੇ ਸਰ। ਉਹਨਾਂ ਨੇ ਆਪਣੇ ਘਰੇ ਬਹਿ ਜਾਣਾ, ਉਹਨਾਂ ਨੇ ਕਿਸੇ ਬਾਰੇ ਨਹੀਂ ਸੋਚਣਾ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਸਰ। ਪਹਿਲਾਂ ਤਾਂ ਮੈਨੂੰ ਇਲੈਕਸ਼ਨ ਸਿਸਟਮ ਹੀ ਨਹੀਂ ਵਧੀਆ ਲੱਗਦਾ ਹੈਗਾ। ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਇਲੈਕਸ਼ਨ ਸਿਸਟਮ ਨੂੰ ਚੇਂਜ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਨਾ ਸਰ, ਕਿਉਂਕਿ ਬਹੁਤ ਚੀਜ਼ਾਂ ਹੁੰਦੀਆਂ ਨੇ, ਸਭ ਕੁਝ ਸਾਹਮਣੇ ਆਉਂਦਾ, ਫਿਰ ਵੀ ਉਹੀ ਸਿਸਟਮ ਨੂੰ ਫੋਲੋ ਕੀਤਾ ਜਾਂਦਾ ਜਿਹਦੇ ਥਰੂ ਆਪਾਂ ਅੱਛੀ ਸਰਕਾਰ ਚੁਣੀ ਨਹੀਂ ਪਾ ਰਹੇ। ਉਸ ਤੋਂ ਬਾਅਦ ਸਰਕਾਰ ਚੁਣਨ ਤੋਂ ਬਾਅਦ ਵੀ ਉਹ ਆਪਣਾ ਕੰਮ ਚੰਗੀ ਤਰ੍ਹਾਂ ਕਰਦੀ ਹੀ ਨਹੀਂ ਹੈਗੀ। ਬਸ ਸਿਰਫ ਉਡੀਕੀ ਜਾਓ, 5 ਸਾਲ ਲੰਘਣਗੇ, ਅਖੀਰ ਵਾਲੇ ਸਾਲ ਅਸੀਂ ਕੁਝ ਕਰ ਲਾਂਗੇ, 4 ਸਾਲ ਚੁੱਪ ਕਰਕੇ ਬੈਠੇ ਰਹਿੰਦੇ ਆ ਸਰ। ਲਾਸਟ ਦੇ ਟਾਈਮ ਇਲੈਕਸ਼ਨ ਟਾਈਮ ਆ ਜਾਣਗੇ ਕਿ ਸਾਨੂੰ ਵੋਟ ਦਿਓ ਸਰ। ਇਸ ਲਈ ਸਰ ਮੈਂ ਆਪਣੀ ਫੈਮਿਲੀ ਪਲੱਸ ਆਪਣੀ ਸੁਸਾਇਟੀ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਆਪਣੇ ਕਾਲਜ ਦੇ ਵਿੱਚ, ਇਹੀ ਗੱਲ ਕਹੂੰਗੀ, ਇਸ ਵਾਰ ਅਸੀਂ ਇਲੈਕਸ਼ਨ ਦਾ ਕੰਪਲੀਟ ਬਾਈਕਾਟ ਕਰਾਂਗੇ। ਅਸੀਂ ਆਪਣੇ ਘਰੋਂ ਜਾਣਾ ਹੀ ਨਹੀਂ ਇਲੈਕਸ਼ਨ ਦੇਣ, ਕਿਸੇ ਨੂੰ ਵੀ ਵੋਟ ਪਾਉਣ ਨਹੀਂ ਜਾਓਗੇ। ਹਾਂਜੀ ਸਰ। ਕੋਈ ਹੋਰ ਕੁਝ ਕਹਿਣਾ ਚਾਹੁੰਦਾ ਹੈ? ਇਹ ਬਹੁਤ ਵੱਡਾ ਇੱਕ ਮੌਜੂ ਹੈ ਜਿਹਦੇ ਉੱਤੇ ਚਰਚਾ ਕਰਨ ਦੀ ਲੋੜ ਹੈ। ਟੈਟ ਦਾ ਜਿਹੜਾ ਪੇਪਰ ਹੈ, ਚਾਹੁੰਦੇ ਹੈ ਕਿ ਤੁਰੰਤ ਜਿਹੜਾ ਸਰਕਾਰ ਉਹ ਕਰਵਾਵੇ, ਇਹਨਾਂ ਨੂੰ ਓਪਰਚੁਨਿਟੀ ਮਿਲੇ, ਕਿਉਂਕਿ ਇਹ ਬੈਠੇ ਨੇ, ਨੌਕਰੀ ਨਹੀਂ ਮਿਲ ਰਹੀ ਕਿਉਂਕਿ ਟੈਟ ਪਾਸ ਨਹੀਂ ਹੈ। ਪੇਪਰ ਹੋਊਗਾ ਤਾਂ ਪੇਪਰ ਦੇਣਗੇ ਤਾਂ ਹੀ ਜਾ ਕੇ ਐਲੀਜੀਬਿਲਟੀ ਬਣਦੀ ਹੈ, ਔਰ ਸਰਕਾਰ ਨੂੰ ਤੁਰੰਤ ਇਹਦੇ ਬਾਰੇ ਸੋਚਣਾ ਪੈਣਾ ਹੈ। ਐਜੂਕੇਸ਼ਨ ਦਾ ਜੋ ਪਿਛਲੇ 5 ਸਾਲਾਂ 'ਚ ਬੇੜਾ ਗਰਕ ਹੋਇਆ, ਉਸ ਦੇ ਉੱਤੇ ਵੱਡਾ ਸਵਾਲ ਹੈ ਕਿ ਆਖਰ ਅਪਰੋਚ ਸਰਕਾਰ ਦੀ ਇਹ ਕੈਸੀ ਰਹੀ ਹੈ। ਕ੍ਰਿਸ਼ਨ ਕੁਮਾਰ ਤੋਂ ਲੈ ਕੇ ਵਿਜੇ ਇੰਦਰ ਸਿੰਗਲਾ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ ਇਸ ਗੱਲ ਦਾ ਜਵਾਬ ਜ਼ਰੂਰ ਦੇਣ। ਇਹ ਡਾਂਗਾ ਖਾਣ ਵਾਸਤੇ ਨਹੀਂ ਬੈਠੇ, ਇਹ ਭਵਿੱਖ ਸਿਰਜਣ ਵਾਸਤੇ ਬੈਠੇ ਨੇ। ਇਹ ਆਪਣੇ ਮਾਂ-ਪਿਓ ਦੇ ਉਹ ਤਾਰੇ ਨੇ ਜਿਨ੍ਹਾਂ ਦੀ ਉਮੀਦ ਸੀ ਕਿ ਇੱਕ ਦਿਨ ਅਸੀਂ ਜਾ ਕੇ ਉਹਨਾਂ ਦੇ ਮੋਢਿਆਂ ਦਾ ਭਾਰ ਆਪਦੇ ਮੋਢਿਆਂ ਤੇ ਲਵਾਂਗੇ, ਪਰ ਅਕਸਰ ਜੋ ਪਹਿਲਾਂ ਹੁੰਦਾ ਆਇਆ ਸੀ ਉਹੀ ਹੁਣ ਹੋ ਰਿਹਾ, ਸਿਰਫ ਉਡੀਕ ਪੱਲੇ ਹੈ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।